ਕਿਉਂ ਲੱਗਿਆ ਤੁਹਾਨੂੰ ਚੰਗਾ ਭਲਾ ਪ੍ਰਚਾਰ ਕਰਨਾ ਵਧੀਆ ਕੰਮ ਹੈ? ਪੱਤਰਕਾਰੀ 'ਚ ਵੀ ਤੁਹਾਡੀ ਚੰਗੀ ਰਿਸਪੈਕਟ ਸੀ, ਸਭ ਕੋਲੇ ਜਾਂਦੇ, ਤੁਸੀਂ ਕਿਹੜੇ ਕੰਮ 'ਚ ਆ ਗਏ, ਰਾਜਨੀਤੀ 'ਚ ਕਿਉਂ ਆ ਗਏ? ਇਸ ਸਿਸਟਮ ਦੇ ਖਿਲਾਫ ਮੈਂ ਲੰਮੇ ਸਮੇਂ ਤੋਂ ਲੜਦਾ ਪਿਆ ਮਾਂ। ਨਸ਼ਿਆਂ ਦੇ ਖਿਲਾਫ ਮੈਂ ਲੜਿਆ ਮਾਂ, ਗੰਦੇ ਸਿਸਟਮ ਦੇ ਖਿਲਾਫ ਮੈਂ ਲੜਿਆ ਮਾਂ। ਮੈਨੂੰ ਲੱਗਦਾ ਪਿਆ ਸੀ ਕਿ ਉਹ ਲੜਾਈ ਜਿਹੜੀ ਹੈ ਨਾ, ਉਹ ਅੱਗੇ ਸਟੇਜ ਤੋਂ ਹੈ, ਕਿਉਂ ਨਾ ਮੈਦਾਨ ਦੇ ਵਿੱਚ ਜਾ ਕੇ ਲੜਾਈ ਲੜੀ ਜਾਵੇ ਤੇ ਥੋੜਾ ਜਿਹਾ ਨਜ਼ਾਰਾ ਆਪਣਾ ਹੋ ਜਾਂਦਾ। ਕਿਸਾਨ ਅੰਦੋਲਨ ਵੇਲੇ ਇੱਕ ਮਾਹੌਲ ਸੀਗਾ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਉਹ ਮਾਹੌਲ ਚੋਣਾਂ 'ਚ ਕਿਉਂ ਨਹੀਂ ਦਿਖ ਰਿਹਾ ਹੈਗਾ? ਜਿਹੜਾ ਆਪਸ ਦੇ ਵਿੱਚ ਥੋੜਾ ਜਿਹਾ ਹੋ ਗਿਆ ਨਾ, ਕੁਛ ਨੇ ਕਹਿਤਾ ਲੜਾਂਗੇ, ਕੁਛ ਨੇ ਕਹਿਤਾ ਨਹੀਂ ਲੜਾਂਗੇ, ਇਹਦੇ ਨਾਲ ਲੋਕਾਂ 'ਚ ਥੋੜੀ ਜਿਹੀ ਨਿਰਾਸ਼ਾ ਹੋਈ। ਕੀ ਦੇਖ ਰਹੇ ਹੋਗੇ ਪੰਜਾਬ 'ਚ ਲੜਾਈ ਕਿਹਦੇ ਵਰਸਸ ਕਿਹਦੇ ਆ? ਪੰਜਾਬ 'ਚ ਮਾਹੌਲ ਕਿਹਦੀ ਸਰਕਾਰ ਹੋਣੀ? ਉਹ ਲੋਕ ਬੜੇ ਗੋਲਦੇ ਹੋਏ ਪਏ ਆ। ਐਤਕੀ ਦਾ ਇਲੈਕਸ਼ਨ ਇੱਕ ਐਸਾ ਇਲੈਕਸ਼ਨ ਹੈ ਜਿਹਦਾ ਪਤਾ ਹੀ ਨਹੀਂ ਲੱਗਦਾ ਪਿਆ ਵੀ ਕੌਣ ਜਿੱਤੂ ਕੌਣ ਹਾਰੂ, ਕੀ ਬਣੂਗਾ। ਪਰ ਤੁਹਾਡੇ ਸਾਹਮਣੇ ਬੜੇ ਦਿੱਗਜ ਲੀਡਰ ਨੇ, ਮਨਪ੍ਰੀਤ ਯਾਲੀ ਇੰਨਾ ਵੱਡਾ ਤਜਰਬਾ ਔਰ ਜਿੱਤਦੇ ਰਹੇ, ਔਰ ਬਾਈ ਇਲੈਕਸ਼ਨ ਜਿੱਤੇ। ਜ਼ਿਮਨੀ ਚੋਣ ਜਿੱਤਣੀ ਬੜੀ ਔਖੀ ਹੁੰਦੀ ਹੈ। ਸੰਦੀਪ ਸੰਧੂ ਕੈਪਟਨ ਅਮਰਿੰਦਰ ਸਿੰਘ ਦੇ ਪੋਲੀਟੀਕਲ ਸੈਕਟਰੀ ਰਹੇ, ਔਰ ਜਿਹੜੇ ਤੁਹਾਡੇ ਆਮ ਆਦਮੀ ਪਾਰਟੀ ਦੇ ਨੇ ਉਹ ਵੀ ਬਿਜ਼ਨਸਮੈਨ ਵੀ ਨੇ ਤੇ ਉਹਨਾਂ ਦਾ ਵੀ ਕਾਰੋਬਾਰ ਹੈ। ਨਾ ਤੇ ਮੇਰੇ ਕੋਲੇ ਕਾਲੀਆਂ ਕਲੋਨੀਆਂ ਦੀ ਕਮਾਈ ਹੈ, ਨਾ ਮੇਰੇ ਕੋਲ ਚਿੱਟੇ ਦੀ ਕਮਾਈ ਹੈ, ਨਾ ਮੇਰੇ ਕੋਲ ਰੇਤਾ ਦੀ ਕਮਾਈ ਹੈ। ਹੱਕ ਹਲਾਲ ਦੀ ਕਮਾਈ ਨਾਲ ਚੱਲਿਆ ਮੈਂ। ਮੈਨੂੰ ਲੱਗਦਾ ਵੀ ਮੇਰੀ ਹੱਕ ਹਲਾਲ ਦੀ ਕਮਾਈ ਮੈਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਵੇਗੀ। ਪਰ ਰਾਜਨੀਤੀ ਦਾ ਕੌੜਾ ਸੱਚ ਇਹ ਹੈ ਕਿ ਮਨੀ ਪਾਵਰ, ਮਸਲ ਪਾਵਰ, ਇਹ ਕੌੜਾ ਸੱਚ ਹੈ। ਗਲਤ ਆ, ਨਹੀਂ ਹੋਣਾ ਚਾਹੀਦਾ ਇਹ ਰਾਜਨੀਤੀ 'ਚ। ਰਾਜਨੀਤੀ 'ਚ ਹੀ ਲੜੇ ਬੰਦਾ। ਚੋਣ ਕਮਿਸ਼ਨ ਦਾ ਪੈਸਾ ਤਾਂ ਤੁਹਾਨੂੰ ਪਤਾ ਵੈਸੇ ਹੀ ਹੈ, ਇਹ ਤਾਂ ਕਹਿੰਦੇ 5-5 ਕਰੋੜ 10-10 ਕਰੋੜ ਰੁਪਈਆ ਚੋਣਾਂ ਤੇ ਲਾ ਦਿੰਦੇ। ਇਹਦਾ ਮੁਕਾਬਲਾ ਕਿਵੇਂ ਕਰੋ? ਜਦੋਂ ਪਿੰਡਾਂ ਦੇ ਵਿੱਚ ਮੈਂ ਨਿਕਲਦਾ ਮੈਂ ਨਾ, ਲੋਕ ਮੈਨੂੰ ਕਹਿੰਦੇ ਆ, ਕਹਿੰਦੇ ਬਾਪੂ ਚਿੰਤਾ ਨਾ ਕਰੀ। ਮੈਂ ਕਿਹਾ ਬਾਪੂ ਕੀ ਹੋ ਗਿਆ? ਕਹਿੰਦਾ ਝੰਡੀਆਂ ਬਹੁਤ ਜ਼ਿਆਦੀਆਂ ਲੱਗੀਆਂ ਨੇ, ਬੋਰਡ ਬਹੁਤ ਜ਼ਿਆਦੇ ਲੱਗੇ ਆ। ਮੈਂ ਕਿਹਾ ਬਾਪੂ ਫਿਰ ਵੋਟਾਂ ਕਿਹਨਾਂ ਨੂੰ ਪਾਓਗੇ? ਕਹਿੰਦਾ ਬਾਈ ਝੰਡੇ ਵੱਡੇ ਲਾਤੇ, ਕਹਿੰਦਾ ਵੋਟ ਝੰਡੇ ਨੂੰ ਥੋੜਾ ਪਾਉਣੀ ਹੈ। ਮੰਨ ਲਓ ਤੁਸੀਂ ਹਾਰ ਜਾਂਦੇ ਹੋ, ਕਿ ਤੁਸੀਂ ਰਾਜਨੀਤੀ ਕਰੋਗੇ ਫਿਰ, ਜਾਂ ਤੁਸੀਂ ਜਿਵੇਂ ਹੁੰਦਾ ਆਮ ਤੌਰ ਤੇ ਮੈਂ ਸਵਾਲ ਕਰਦਾ ਹੁੰਦਾ ਕਿ ਜਿਹੜੇ ਐਕਟਿਵਿਸਟ ਟਾਈਪ ਲੋਕ ਹੁੰਦੇ ਨੇ ਤੁਹਾਡੇ ਵਰਗੇ, ਉਹ ਕਿਸੇ ਮੌਕੇ ਤੇ ਮਾਹੌਲ 'ਚ ਆ ਜਾਂਦੇ ਨੇ। ਜਦੋਂ ਮਾਹੌਲ ਚਲਾ ਗਿਆ, ਮੰਨ ਲਓ ਤਾਂ ਤੁਸੀਂ ਨਿਰਾਸ਼ ਹੋ ਜਾਓਗੇ ਵੀ ਯਾਰ ਹਾਰ ਗਏ, ਕੋਈ ਲੋਕ ਸਾਥ ਨਹੀਂ ਦਿੰਦੇ, ਫਿਰ ਕੀ ਤੁਸੀਂ ਐਕਟਿਵ ਰਹੋਗੇ ਜੇ ਹਾਰ ਵੀ ਜਾਂਦੇ? ਲੱਗਦਾ ਨਹੀਂ, ਤਾਂ ਲੱਗਦਾ ਰਿਹਾ ਹੈਗਾ। ਤੁਹਾਡੀਆਂ ਇੰਟਰਵਿਊਆਂ ਤੇ ਇੰਨੇ ਪੰਗੇ ਪਏ, ਉਹ ਸਾਰਾ ਮਸਲਾ ਹੀ 92 ਦੀ ਇਲੈਕਸ਼ਨ ਦੇ ਬਾਈਕਾਟ ਵਾਲਾ। ਤੁਸੀਂ ਇੱਕ ਗੱਲ ਦੱਸੋ, ਸੰਧੂ ਚੋਣ ਲੜਨਾ ਚਾਹੁੰਦੇ ਸੀਗੇ, 92 ਦੀ ਇਲੈਕਸ਼ਨ ਦਾ ਜਿਹੜਾ ਬਾਈਕਾਟ ਹੋਇਆ, ਉਹਦੇ ਵਿੱਚ ਵੀ ਕੁਛ ਨੇ ਬਾਈਕਾਟ ਕੀਤਾ, ਕੁਛ ਨੇ ਬਾਈਕਾਟ ਨਹੀਂ ਕੀਤਾ। ਅੱਜ ਵੀ ਉਹ ਗੱਲ ਕਹਿ ਰਹੇ ਨੇ ਵੀ ਅਸੀਂ ਬਾਈਕਾਟ ਨਹੀਂ ਸੀ ਕਰਨਾ ਚਾਹੁੰਦੇ, ਪਰ ਉਹ ਕੀ ਸਥਿਤੀ ਸੀ? ਉਸ ਤੋਂ ਬਾਅਦ ਵੀ ਬੜੇ ਇਲੈਕਸ਼ਨ ਆਏ, ਉਸ ਤੋਂ ਬਾਅਦ ਕਿਸੇ ਨੇ ਬਾਈਕਾਟ ਨਹੀਂ ਕੀਤਾ, ਉਸ ਤੋਂ ਬਾਅਦ ਇਲੈਕਸ਼ਨ ਲੜੇ ਵੀ ਗਏ। ਜਿਹਨੇ 20 ਸਾਲ ਲੋਕਾਂ ਨੂੰ ਕਥਾ ਸੁਣਾਈ, ਇੱਕ ਉਹ ਬੰਦਾ ਜਿਹਨੇ 8 ਸਾਲ ਲੋਕਾਂ ਦੇ ਮੁੱਦੇ ਚੁੱਕੇ ਤੇ ਕਿਸਾਨੀ ਮੋਰਚੇ ਵੱਲੋਂ ਜੇ ਮੈਦਾਨ ਦੇ ਵਿੱਚ ਆ ਗਿਆ ਤੇ ਜੇ ਉਹਦੀ ਜ਼ਮਾਨਤ ਜ਼ਬਤ ਹੋ ਜਾਂਦੀ, ਹਾਰ ਜਾਂਦਾ ਹੈ। ਬਾਈ ਜੀ ਹਰਪ੍ਰੀਤ ਸਿੰਘ ਮਖੂ ਨਹੀਂ ਹਾਰਦਾ, ਕਿਸਾਨ ਹਾਰਦਾ ਹੈ, ਮਜ਼ਦੂਰ ਹਾਰਦਾ ਹੈ, ਮੋਰਚਾ ਹਾਰਦਾ ਹੈ, ਲੋਕ ਹਾਰਦੇ ਨੇ, ਮਖੂ ਨਹੀਂ ਹਾਰਦਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਰਾਜਨੀਤੀ, ਪੱਤਰਕਾਰੀ ਤੇ ਪ੍ਰਚਾਰ ਭਾਵੇਂ 3 ਵੱਖ-ਵੱਖ ਪੇਸ਼ੇ ਨੇ, ਪਰ ਕਿਤੇ ਨਾ ਕਿਤੇ ਆ ਕੇ ਇੱਕ ਦੂਜੇ ਨਾਲ ਜੁੜਦੇ ਵੀ ਨੇ, ਕਿਉਂਕਿ ਜਨਤਕ ਤੌਰ ਤੇ ਤੁਸੀਂ ਇਹਨਾਂ 'ਚ ਹੁੰਨੇ ਹੋ। ਦਾਖਾ ਤੋਂ ਹਰਪ੍ਰੀਤ ਸਿੰਘ ਮਖੂ ਚੋਣ ਲੜ ਰਹੇ ਨੇ, ਜਿਹੜੇ ਸਿੱਖ ਪ੍ਰਚਾਰਕ ਵੀ ਨੇ, ਜਿਨ੍ਹਾਂ ਨੇ ਪੱਤਰਕਾਰੀ ਵੀ ਕੀਤੀ ਤੇ ਹੁਣ ਰਾਜਨੀਤੀ ਕਰਨ ਆਇਆ। ਪੁੱਛਦੇ ਉਹਨਾਂ ਤੋਂ, ਰਾਜਨੀਤੀ 'ਚ ਕਿਉਂ ਆਏ ਹੋ, ਕਿਉਂ ਲੱਗਿਆ ਉਹਨਾਂ ਨੂੰ ਰਾਜਨੀਤੀ ਜ਼ਰੂਰੀ ਹੈ? ਸਵਾਗਤ ਹੈ ਬਾਈ ਜੀ ਪ੍ਰੋ ਪੰਜਾਬ ਟੀਵੀ ਤੇ। ਬਹੁਤ ਤੁਹਾਡਾ ਵੀ ਧੰਨਵਾਦ, ਤੁਹਾਡੀ ਸਾਰੀ ਟੀਮ ਦਾ ਧੰਨਵਾਦ, ਬਹੁਤ ਮਿਹਰਬਾਨੀਆਂ ਜੀ। ਕਿਉਂ ਲੱਗਿਆ ਤੁਹਾਨੂੰ ਚੰਗਾ ਭਲਾ ਪ੍ਰਚਾਰ ਕਰਨਾ ਵਧੀਆ ਕੰਮ ਹੈ? ਪੱਤਰਕਾਰੀ 'ਚ ਵੀ ਤੁਹਾਡੀ ਚੰਗੀ ਰਿਸਪੈਕਟ ਸੀ, ਸਭ ਕੋਲੇ ਜਾਂਦੇ, ਤੁਸੀਂ ਕਿਹੜੇ ਕੰਮ 'ਚ ਆ ਗਏ, ਰਾਜਨੀਤੀ 'ਚ ਕਿਉਂ ਆ ਗਏ? ਮੈਨੂੰ ਐਸਾ ਲੱਗਦਾ ਕਿ ਇਹ ਸਵਾਲ ਕਰੀਬ ਬਹੁਤਿਆਂ ਦੇ ਮਨ ਦੇ ਵਿੱਚ ਆ ਰਿਹਾ ਆ। ਪਿੰਡਾਂ ਦੇ ਵਿੱਚ ਵੀ ਨਿਕਲਦਾ ਮੈਂ ਤਾਂ ਲੋਕ ਕਈ ਵਾਰੀ ਪੁੱਛਦੇ ਆ ਕਿ ਬਾਈ ਜੀ ਪ੍ਰਚਾਰ ਕਰਦੇ ਕਰਦੇ ਰਾਜਨੀਤੀ ਵਾਲੇ ਪਾਸੇ ਕਿਉਂ ਆ ਗਏ? ਮੈਨੂੰ ਐਸਾ ਲੱਗਦਾ ਵੀ ਅਕਸਰ ਕੀ ਆਪਾਂ ਇਹ ਗੱਲ ਕਹਿੰਦੇ ਆ ਵੀ ਰਾਜਨੀਤੀ ਦੇ ਵਿੱਚ ਗੰਦ ਬੜਾ, ਲਿਬੜ ਨਾ ਜਾਇਆ ਜੀ। ਤੁਸੀਂ ਮੇਰੇ ਤੇ ਫੇਥ ਕਰਕੇ ਵੇਖੋ, ਹੋ ਸਕਦਾ ਮੈਂ ਗੰਦ ਚੁਗਣ ਵਾਸਤੇ ਆਇਆ ਹੋਵਾਂ। ਦੂਜੇ ਨੰਬਰ ਦੇ ਉੱਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਆਇਆ ਮੈਂ ਕਿਸਾਨੀ ਪਾਰਟੀ ਵੱਲੋਂ, ਕਿਸੇ ਰਵਾਇਤੀ ਪਾਰਟੀ ਵੱਲੋਂ ਨਹੀਂ ਆਇਆ ਜਿਨ੍ਹਾਂ ਦੇ ਅਨੇਕ ਪ੍ਰਕਾਰ ਦੀਆਂ ਦੂਸ਼ਣਵਾਦੀਆਂ ਨੇ। ਕਿਸਾਨੀ ਮੋਰਚੇ ਵੱਲੋਂ ਆਇਆ ਮੈਂ। ਸੈਕੰਡ ਕੀ ਸਭ ਤੋਂ ਵੱਡੀ ਗੱਲ ਮੈਨੂੰ ਐਸਾ ਲੱਗਿਆ ਵੀ ਸਿਸਟਮ ਦੇ ਖਿਲਾਫ ਮੈਂ ਲੰਮੇ ਸਮੇਂ ਤੋਂ ਲੜਦਾ ਪਿਆ ਮਾਂ। ਨਸ਼ਿਆਂ ਦੇ ਖਿਲਾਫ ਮੈਂ ਲੜਿਆ ਮਾਂ, ਗੰਦੇ ਸਿਸਟਮ ਦੇ ਖਿਲਾਫ ਮੈਂ ਲੜਿਆ ਮਾਂ। ਮੈਨੂੰ ਲੱਗਦਾ ਪਿਆ ਸੀ ਵੀ ਉਹ ਲੜਾਈ ਜਿਹੜੀ ਹੈ ਨਾ, ਉਹ ਅੱਗੇ ਸਟੇਜ ਤੋਂ ਹੈ, ਕਿਉਂ ਨਾ ਮੈਦਾਨ ਦੇ ਵਿੱਚ ਜਾ ਕੇ ਲੜਾਈ ਲੜੀ ਜਾਵੇ ਤੇ ਥੋੜਾ ਜਿਹਾ ਨਜ਼ਾਰਾ ਆਪਣਾ ਹੋ ਜਾਂਦਾ ਹੈ। ਇਸ ਕਰਕੇ ਕਿਸ ਤਰ੍ਹਾਂ ਦਾ ਰਿਸਪੌਂਸ ਆ? ਲੋਕ ਕਿਵੇਂ ਦੇਖਦੇ ਹਰਪ੍ਰੀਤ ਮਖੂ ਨੂੰ ਹਲਕੇ 'ਚ? ਹਾਂ, ਲੋਕ ਇਸ ਤਰੀਕੇ ਨਾਲ ਦੇਖਦੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਦੇਖਦੇ ਨੇ ਵੀ ਤੁਸੀਂ ਸਾਲ ਸਵਾ ਸਾਲ ਦਿੱਲੀ ਦੀ ਧਰਤੀ ਦੇ ਉੱਪਰ ਇਸ ਆਵਾਜ਼ ਨੂੰ ਬੁਲੰਦ ਕੀਤਾ ਹੈ, ਕਿਸਾਨੀ ਮੋਰਚਾ ਜਿੱਤ ਕੇ ਆਏ ਹੋ, ਇਹ ਥੋੜਾ ਪੋਜ਼ਿਟਿਵ ਹੈ। ਸੈਕੰਡ ਕੀ ਹੈ ਕਿ ਸਾਡਾ ਵਿਰੋਧ ਕੋਈ ਨਹੀਂ। ਜਿਹੜੇ ਆਮ ਪੋਲੀਟੀਕਲ ਲੋਕ ਸੱਥਾਂ ਵਿੱਚ ਬਹਿ ਕੇ ਗੱਲਾਂ ਨਹੀਂ ਕਰ ਸਕਦੇ, ਉਹ ਪਹਿਲਾਂ ਪੂਰਾ ਮਾਹੌਲ ਬਣਾਉਂਦੇ ਨੇ,
ਸਾਨੂੰ ਕੋਈ ਦਿੱਕਤ ਨਹੀਂ। ਜਿੱਥੇ ਕੋਈ ਤਾਸ਼ ਖੇਡਦਾ ਪਿਆ ਮੈਂ ਨਾਲ ਹੀ ਜਾ ਕੇ ਬੈਠ ਜਾਣਾ। ਮੈਂ ਕਹਿੰਦਾ ਬਾਪੂ ਜੀ ਕੀ ਕਰਦੇ ਹੋ? ਕਹਿੰਦੇ ਪੁੱਤ ਗੇਮ ਲਾਉਣਾ। ਮੈਂ ਕਹਿੰਦਾ ਨਾ ਬਾਪੂ, ਗੇਮ 20 ਤਰੀਕ ਨੂੰ ਲਾਉਣੀ ਹੈ, ਐਨ ਪੂਰੀ ਚੰਗੀ ਤਰ੍ਹਾਂ ਸੀਪ ਲਾਇਆ ਜੇ। ਉਹ ਬੱਲੇ ਬੱਲੇ ਮਖੂ ਆ ਗਿਆ, ਆ ਜਾ ਪੁੱਤ ਬਹਿ ਜਾ, ਆ ਆਪਾਂ ਗੇਮ ਲਾਈਏ। ਮੈਂ ਕਿਹਾ ਬਾਪੂ ਆਹ ਗੇਮ ਨਹੀਂ ਲਾਉਣੀ, ਹੁਣ 20 ਨੂੰ ਲਾਉਣੀ ਹੈ। ਸਾਡਾ ਵਿਰੋਧ ਕੋਈ ਨਹੀਂ, ਅਸੀਂ ਜਿੱਥੇ ਮਰਜ਼ੀ ਚਲੇ ਜਾਂਦੇ ਹਾਂ, ਜਿਹੜੇ ਮਰਜ਼ੀ ਪਿੰਡ ਦੇ ਵਿੱਚ ਅਸੀਂ ਕਹਿੰਦੇ ਹਾਂ। ਨਾ ਸਾਨੂੰ ਕੋਈ ਇਹ ਪੁੱਛ ਸਕਦਾ ਵੀ ਤੁਸੀਂ 5 ਸਾਲ ਪਿਛਲੇ ਕੀ ਕੀਤਾ, ਸਾਨੂੰ ਕਿਹੜਾ ਮੌਕਾ ਦਿੱਤਾ ਹੈ? ਹੁਣ ਮੌਕਾ ਦਿਓਗੇ ਫਿਰ ਅਗਲੀ ਵਾਰੀ ਪੁੱਛਾਂਗੇ। ਅਗਲੇ ਕਹਿੰਦੇ ਯਾਰ ਕਿਸਾਨੀ ਮੋਰਚੇ 'ਚ ਸਾਲ ਸਵਾ ਸਾਲ ਲਾ ਕੇ ਆਏ ਨੇ, ਇੰਨਾ ਲੰਮਾ ਸਮਾਂ ਸਾਨੂੰ ਧਰਮ ਪ੍ਰਚਾਰ ਦੇ ਨਾਲ ਜੋੜਿਆ ਹੈ, ਮੀਡੀਆ ਦੇ ਵਿੱਚ ਵੀ ਸਾਡੀ ਆਵਾਜ਼ ਚੁੱਕੀ ਹੈ। ਜੋ ਬੰਦਾ ਆਇਆ ਉਹਨੂੰ ਚਾਹ ਪਾਣੀ ਪੁੱਛੀਏ, ਬਕਾਇਦਾ ਇਹ ਗੱਲ ਸਾਨੂੰ ਰਿਸਪੈਕਟ ਦਿੰਦੇ ਆ ਲੋਕ ਪਿੰਡਾਂ ਦੇ ਵਿੱਚ। ਪਰ ਤੁਹਾਡੇ ਸਾਹਮਣੇ ਬੜੇ ਦਿੱਗਜ ਲੀਡਰ ਨੇ, ਮਨਪ੍ਰੀਤ ਯਾਲੀ ਇੰਨਾ ਵੱਡਾ ਤਜਰਬਾ ਔਰ ਜਿੱਦੇ ਰਹੇ ਔਰ ਬਾਈ ਇਲੈਕਸ਼ਨ ਜਿੱਤੇ, ਜ਼ਿਮਨੀ ਚੋਣ ਜਿੱਤਣੀ ਬੜੀ ਔਖੀ ਹੁੰਦੀ ਹੈ। ਸੰਦੀਪ ਸੰਧੂ ਕੈਪਟਨ ਅਮਰਿੰਦਰ ਸਿੰਘ ਦੇ ਪੋਲੀਟੀਕਲ ਸੈਕਟਰੀ ਰਹੇ, ਔਰ ਜਿਹੜੇ ਤੁਹਾਡੇ ਆਮ ਆਦਮੀ ਪਾਰਟੀ ਦੇ ਨੇ ਉਹ ਵੀ ਬਿਜ਼ਨਸਮੈਨ ਵੀ ਨੇ, ਤੇ ਉਹਨਾਂ ਦਾ ਵੀ ਕਾਰੋਬਾਰ ਹੈ ਇੱਥੇ। ਮੈਂ ਤਿੰਨਾਂ ਵਾਰੀ ਥੋੜਾ ਦੱਸ ਦਿੰਦਾ ਕਿਉਂਕਿ ਤੁਸੀਂ 3 ਨਾਮ ਲਏ ਹੈ। ਇੱਕ ਪਾਸੇ ਆ ਮਨਪ੍ਰੀਤ ਸਿੰਘ ਇਆਲੀ, ਜਿਨ੍ਹਾਂ ਨੂੰ ਤੁਸੀਂ ਇੱਕ ਵਰਡ ਯੂਜ਼ ਕੀਤਾ ਹੈ ਦਿੱਗਜ। ਹੁਣ ਜੇ ਤਾਂ ਮੈਂ ਦਿੱਗਜ ਸ਼ਬਦ ਵੇਖ ਕੇ ਚੁੱਪ ਕਰ ਜਾਵਾਂ, ਇਧਰ ਵੀ ਮਖੂ ਹੈ ਨਾ, ਮਖੂ ਵੀ ਮੈਦਾਨ ਦੇ ਵਿੱਚ ਨਿਤਰਿਆ, ਮਖੂ ਨੇ ਬੜੇ ਮੁੱਦੇ ਚੁੱਕੇ ਹੈ। ਜ਼ਿਮਨੀ ਚੋਣ ਜਿੱਤੀ, ਮੈਂ ਤਾਂ ਕਿਹਾ ਜ਼ਿਮਨੀ ਚੋਣ ਜਿੱਤਣੀ ਸੌਖੀ ਨਹੀਂ ਹੁੰਦੀ। ਮਖੂ ਵੀ ਅਖਾੜੇ ਦੇ ਵਿੱਚ ਆਇਆ ਹੈ, ਮੈਦਾਨ ਦੇ ਵਿੱਚ ਮਖੂ ਨੇ ਤੁਸੀਂ ਵੇਖਿਆ, ਤੁਹਾਡੇ ਨਾਲ ਆਪਾਂ ਉਹ ਮੁੱਦੇ ਚੁੱਕੇ ਨੇ ਜਿਹਨੂੰ ਛੇਤੀ ਕਿਤੇ ਕੋਈ ਹੱਥ ਨਹੀਂ ਪਾਉਂਦਾ, ਹੈ ਨਾ। ਇਸ ਕਰਕੇ ਮੈਨੂੰ ਇੰਝ ਲੱਗਿਆ ਵੀ ਕੋਈ ਗੱਲ ਨਹੀਂ, ਦਿੱਗਜਾਂ ਦੇ ਵਿੱਚ ਆਉਣਾ ਚਾਹੀਦਾ ਆ। ਬਾਈ ਜੀ ਦੂਜੀ ਗੱਲ ਜਿਹੜੀ ਰਹੀ ਹੈ, ਨਾ ਤੇ ਮੇਰੇ ਕੋਲੇ ਕਾਲੀਆਂ ਕਲੋਨੀਆਂ ਦੀ ਕਮਾਈ ਹੈ, ਨਾ ਮੇਰੇ ਕੋਲ ਚਿੱਟੇ ਦੀ ਕਮਾਈ ਹੈ, ਨਾ ਮੇਰੇ ਕੋਲ ਰੇਤਾ ਦੀ ਕਮਾਈ ਹੈ। ਹੱਕ ਹਲਾਲ ਦੀ ਕਮਾਈ ਨਾਲ ਚੱਲਿਆ ਵਾਂ। ਮੈਨੂੰ ਲੱਗਦਾ ਵੀ ਮੇਰੀ ਹੱਕ ਹਲਾਲ ਦੀ ਕਮਾਈ ਮੈਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਵੇਗੀ। ਜਿਹੜੀ ਤੁਸੀਂ ਗੱਲ ਕੀਤੀ ਦਿੱਗਜਾਂ ਦੀ, ਜਾਂ ਤੇ ਫਿਰ ਮੈਂ ਦੇਖਾਂ ਵੀ ਦਿੱਗਜ ਬੈਠੇ ਮੈਦਾਨ ਛੱਡਦੇ ਆ, ਖੁੱਲ੍ਹਾ ਛੱਡਦੇ ਆ, ਫਿਰ ਤੋਂ ਚੱਲਦਾ ਪਿਆ ਨਾ ਉਹਨਾਂ ਦਾ ਕੰਮ। ਲੋਕ ਕਹਿੰਦੇ ਕਿ ਸਾਨੂੰ ਆਪਸ਼ਨ ਦਿਓ, ਵਿੱਚ ਸੰਦੀਪ ਸੰਧੂ ਨੂੰ ਲੈ ਲਓ। ਲੋਕ ਕਹਿੰਦੇ ਸਾਨੂੰ ਆਪਸ਼ਨ ਚਾਹੀਦੀ ਸੀ, ਐਤਕੀ ਮਿਲ ਗਈ ਹੈ। ਐਤਕੀ 2 ਹੋਰ ਆ ਗਏ ਨੇ, ਆਮ ਆਦਮੀ ਪਾਰਟੀ ਵਾਲੇ ਆ ਗਏ ਤੇ ਇੱਕ ਮੈਂ ਆ ਗਿਆ। ਹੁਣ ਜਿਹੜੀ ਆਮ ਆਦਮੀ ਪਾਰਟੀ ਹੈ, ਇਹਨਾਂ ਦੇ ਵਾਸਤੇ ਆਪਾਂ ਦੇਖਿਆ ਜਾਵੇ ਨਾਮ ਆਮ ਆਦਮੀ ਹੈ, ਪਰ ਇਹ ਆਮ ਆਦਮੀ ਕਿੱਥੇ ਨੇ? ਕਿੰਨਾ ਇਹਨਾਂ ਦਾ ਬੋਰਡ ਲੱਗਾ ਪਿਆ, ਕਿੰਨਾ ਇਹਨਾਂ ਦਾ ਇਸ਼ਤਿਹਾਰ ਲੱਗਾ ਪਿਆ, ਕਿੰਨਾ ਇਹਨਾਂ ਨੇ ਰੁਪਈਆ ਲਾਤਾ ਹੈ। ਆਮ ਆਦਮੀ ਦੇ ਬਸਦੀਆਂ ਤੇ ਗੱਲਾਂ ਨਹੀਂ ਹੁੰਦੀਆਂ। ਇਹ ਖਾਸ ਆਦਮੀ ਪਾਰਟੀ ਹੈ। ਦੂਜੇ ਨੰਬਰ ਦੇ ਉੱਪਰ ਮੈਂ ਆਪਣੇ ਹਲਕੇ ਦੀ ਗੱਲ ਕਰਦਾ, ਮੈਂ ਬਾਹਰ ਦੀ ਗੱਲ ਨਹੀਂ ਕਰਦਾ। ਇੱਥੇ ਹੋਰ ਵੀ ਬੜੇ ਐਸੇ ਦਿੱਗਜ ਸਨ, ਪਰ ਉਸੇ ਦੀ ਹੀ ਚੋਣ ਕਿਉਂ ਕੀਤੀ ਗਈ? ਕਿਉਂਕਿ ਉਹਦੇ ਕੋਲ ਪੈਸਾ ਹੈ। ਆਮ ਆਦਮੀ ਪਾਰਟੀ ਟਿਕਟ ਦੇਣ ਤੋਂ ਪਹਿਲਾਂ 100 ਵਾਰੀ ਸੋਚਦੀ ਹੈ ਵੀ ਬੰਦੇ ਦੇ ਪੱਲੇ ਕੀ ਹੈ, ਬੰਦੇ ਕੋਲ ਰੁਪਈਆ ਕਿੰਨਾ ਕੁ ਹੈ। ਤੇ ਫਿਰ ਆਮ ਆਦਮੀ ਕਾਹਦੀ ਰਹਿ ਗਈ? ਮੈਨੂੰ ਐਸਾ ਲੱਗਿਆ ਵੀ ਮੈਂ ਇੱਕ ਧਰਮ ਇਮਾਨ ਦੇ ਨਾਲ ਚੱਲਿਆ ਵਾਂ, ਹੱਕ ਸੱਚ ਦੀ ਲੜਾਈ ਲੜਨ ਲਈ ਚੱਲਿਆ ਵਾਂ, ਲੋਕਾਂ ਦਾ ਪ੍ਰਚਾਰਕ ਹਾਂ, ਲੋਕ ਮੇਰੇ ਤੇ ਫੇਥ ਕਰਨਗੇ, ਇਸ ਕਰਕੇ ਮੈਦਾਨ ਦੇ ਵਿੱਚ ਨਿਤਰਿਆ ਵਾਂ। ਮੈਂ ਲੋਕਾਂ ਦੇ ਪਿਆਰ ਵੱਲ ਵੇਖਿਆ ਨਾ, ਦਿੱਗਜਾਂ ਵੱਲ ਅਜੇ ਮੇਰੀ ਝਾਤ ਨਹੀਂ ਪਈ। ਹਾਂ, ਪਰ ਰਾਜਨੀਤੀ ਦਾ ਕੌੜਾ ਸੱਚ ਇਹ ਹੈ ਕਿ ਮਨੀ ਪਾਵਰ, ਮਸਲ ਪਾਵਰ, ਇਹ ਕੌੜਾ ਸੱਚ ਹੈ। ਇਹ ਗਲਤ ਆ, ਨਹੀਂ ਹੋਣਾ ਚਾਹੀਦਾ ਇਹ ਰਾਜਨੀਤੀ 'ਚ। ਰਾਜਨੀਤੀ 'ਚ ਹੀ ਲੜੇ ਬੰਦਾ। ਚੋਣ ਕਮਿਸ਼ਨ ਦਾ ਪੈਸਾ ਤਾਂ ਤੁਹਾਨੂੰ ਪਤਾ ਵੈਸੇ ਹੀ ਹੈ, ਇਹ ਤਾਂ ਕਹਿੰਦੇ 5-5 ਕਰੋੜ 10-10 ਕਰੋੜ ਰੁਪਈਆ ਚੋਣਾਂ ਤੇ ਲਾ ਆਉਂਦੇ ਨੇ। ਇਹਦਾ ਮੁਕਾਬਲਾ ਕਿਵੇਂ ਕਰੋਗੇ? ਹਾਂ, ਵੱਡੀ ਗੱਲ ਇਹ ਆ, ਇਹ ਅਕਸਰ ਹੀ ਲੋਕ ਮੈਨੂੰ ਪੁੱਛਦੇ ਨੇ ਵੀ ਪੈਸੇ ਦਾ ਮੁਕਾਬਲਾ ਤੁਸੀਂ ਕਿਵੇਂ ਕਰੋਗੇ? ਕਿਉਂਕਿ ਇੱਕ ਪਾਸੇ ਬਹੁਤ ਜ਼ਿਆਦਾ ਪੈਸਾ ਹੈ, ਦੂਜੇ ਪਾਸੇ ਪੈਸਾ ਨਹੀਂ ਹੈ। ਦੂਜੇ ਪਾਸੇ ਦਫ਼ਤਰ ਦੇ ਵਿੱਚ ਕੁਰਸੀਆਂ ਵੀ ਕਿਰਾਏ ਤੇ ਨੇ, ਹਰ ਚੀਜ਼ ਕਿਰਾਏ ਦੇ ਉੱਪਰ ਹੈ, ਮੁਕਾਬਲਾ ਹੈ। ਪਰ ਇੱਥੇ ਮੈਂ ਛੋਟੀ ਜਿਹੀ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵਾਂ। ਜਦੋਂ ਪਿੰਡਾਂ ਦੇ ਵਿੱਚ ਮੈਂ ਨਿਕਲਦਾ ਵਾਂ ਨਾ, ਲੋਕ ਮੈਨੂੰ ਕਹਿੰਦੇ ਆ, ਕਹਿੰਦੇ ਮਖੂ ਚਿੰਤਾ ਨਾ ਕਰੀ। ਮੈਂ ਕਿਹਾ ਬਾਪੂ ਕੀ ਹੋ ਗਿਆ? ਕਹਿੰਦਾ ਝੰਡੀਆਂ ਬਹੁਤ ਜ਼ਿਆਦੀਆਂ ਲੱਗੀਆਂ ਨੇ, ਬੋਰਡ ਬਹੁਤ ਜ਼ਿਆਦਾ ਲੱਗੇ ਆ। ਮੈਂ ਕਿਹਾ ਬਾਪੂ ਫਿਰ ਵੋਟਾਂ ਕਿਹਨਾਂ ਨੂੰ ਪਾਓਗੇ? ਕਹਿੰਦਾ ਬਾਈ ਜੀ ਝੰਡੇ ਵੱਡੇ ਵੱਡੇ ਲਾਤੇ, ਕਹਿੰਦਾ ਵੋਟ ਝੰਡੇ ਨੂੰ ਥੋੜਾ ਪਾਉਣੀ ਹੈ, ਕਹਿੰਦਾ ਵੋਟ ਝੰਡਿਆਂ ਨੇ ਥੋੜਾ ਪਾਉਣੀ, ਵੋਟ ਤੇ ਬੰਦਿਆਂ ਨੇ ਪਾਉਣੀ ਹੈ। ਕਈਆਂ ਘਰਾਂ ਦੇ ਵਿੱਚ ਯਾਦਵਿੰਦਰ ਜੀ ਲੋਕ ਸਾਨੂੰ ਇਹ ਗੱਲ ਕਹਿੰਦੇ ਆ, ਕਹਿੰਦੇ ਧੱਕੇ ਨਾਲ ਝੰਡੀਆਂ ਲੱਗੀਆਂ ਨੇ, ਧੱਕੇ ਨਾਲ ਬੋਰਡ ਲੱਗੇ ਆ। ਹੁਣ ਧੱਕੇ ਨਾਲ ਤਾਂ ਜਿੰਨੇ ਮਰਜ਼ੀ ਲਾਈ ਚਲੋ, ਜਦੋਂ ਮੈਂ ਆਪ ਹੀ ਚਲਾ ਜਾਂਦਾ ਵਾਂ ਅਗਲੇ ਕਹਿੰਦੇ ਬਾਈ ਤੂੰ ਆਪ ਹੀ ਆ ਗਿਆ। ਹੁਣ ਇੱਕ ਪਰਿਵਾਰ ਦੀ ਮੈਂ ਤੁਹਾਨੂੰ ਦੱਸਦਾ ਵਾਂ, ਇੱਕ ਘਰ ਤੇ ਲੱਗੀ ਆ 3 ਝੰਡੀਆਂ। ਹੁਣ ਤਿੰਨਾਂ ਨੇ ਰੁਪਈਆ ਲਾਇਆ। ਮੈਂ ਬੜਾ ਹੈਰਾਨ ਹੋ ਗਿਆ, ਤੇ ਮੇਰਾ ਸੁਭਾਅ ਥੋੜਾ ਜਿਹਾ ਤੁਹਾਡੇ ਵਾਲਾ ਕੰਮ ਹੀ ਹੈ ਵੀ ਜਿੱਦਾਂ ਮਰਜ਼ੀ ਜਾ ਕੇ ਕੁੰਡਾ ਖੜਕਾ ਲਿਆ। ਮੈਂ ਜਾ ਕੇ ਤੇ ਕੁੰਡਾ ਖੜਕਾਇਆ ਤੇ ਬੇਬੇ ਅੰਦਰੋਂ ਨਿਕਲੀ ਬਾਹਰ। ਆ ਸਾਰੇ ਮੇਰੀ ਟੀਮ ਨੂੰ ਪਤਾ, ਜਿਹੜੇ ਮੇਰੇ ਨਾਲ ਹੁੰਦੀਆਂ 5-6 ਗੱਡੀਆਂ। ਬੇਬੇ ਨਿਕਲੀ ਬਾਹਰ ਤੇ ਮੈਂ ਪੁੱਛ ਲਿਆ, ਮੈਂ ਕਿਹਾ ਬੇਬੇ? ਕਹਿੰਦੀ ਹਾਂਜੀ। ਮੈਂ ਕਿਹਾ 3 ਝੰਡੀਆਂ ਲੱਗੀਆਂ ਨੇ ਤੇ ਬੇਬੇ ਵੋਟ ਕਿਹਨੂੰ ਪਾਉਣੀ ਹੈ? ਉਹਦਾ ਜਵਾਬ ਬੜਾ ਪਿਆਰਾ ਸੀ, ਕਹਿੰਦੀ ਆਉਂਦੇ ਨੇ ਮਰ ਜਾਣੇ ਲਾ ਜਾਂਦੇ, ਤੂੰ ਵੀ ਆਪਣੇ ਵਾਲੀ ਝੰਡੀ ਲਾ ਜਾ। ਹੁਣ ਕੀ ਕਰ ਲੋਗੇ ਉੱਥੇ? ਹੁਣ ਝੰਡੀਆਂ 3 ਲੱਗੀਆਂ ਨੇ, ਵੋਟ ਦਾ ਬੇਬੇ ਨੂੰ ਨਹੀਂ ਅਜੇ ਪਤਾ ਵੀ ਪਾਉਣੀ ਕਿਸ ਨੂੰ ਹੈ। ਸੋ ਝੰਡੀਆਂ ਲੱਗ ਜਾਣੀਆਂ, ਬੋਰਡ ਲੱਗ ਜਾਣੇ, ਇਹ ਕੋਈ ਮਾਇਨੇ ਨਹੀਂ ਰੱਖਦੇ। ਇੱਕ ਪਿੰਡ ਦੀ ਹੋਰ ਦੱਸਦਾ ਮੈਂ ਤੁਹਾਨੂੰ। ਮੈਂ ਪਿੰਡ ਦੇ ਵਿੱਚ ਗਿਆ, ਮੈਂ ਕਿਹਾ ਬਾਪੂ ਜੀ ਵੋਟ ਕਿਹਨੂੰ ਪਾਓਗੇ? ਕਹਿੰਦੇ ਜਿਹੜੇ ਸਵਾ ਸਾਲ ਸਾਡੀ ਲੜਾਈ ਲੜ ਕੇ ਆਏ ਨੇ ਉਹਨਾਂ ਨੂੰ ਪਾਵਾਂਗੇ। ਮੈਂ ਕਿਹਾ ਬਾਪੂ ਜੀ ਕੀ ਖਿਆਲ ਹੈ ਮੇਰੇ ਬਾਰੇ? ਕਹਿੰਦੇ ਪੁੱਤ ਵੋਟ ਮੈਂ ਤੈਨੂੰ ਪਾਵਾਂਗਾ। ਮੈਂ ਚੁੱਪ ਕਰ ਗਿਆ। ਚੁੱਪ ਕਰਕੇ ਮੈਂ ਕਿਹਾ ਬਾਪੂ ਤੇਰੇ ਘਰ ਦੇ ਬਿਲਕੁਲ ਸਾਹਮਣੇ ਬੋਰਡ ਲੱਗਾ ਹੈ, ਤੇਰੇ ਘਰ ਚੋਂ ਨਿਕਲਦੇ ਆ ਨਾ ਨੁੱਕਰ ਤੇ ਬੋਰਡ ਲੱਗਾ। ਉਹਨੇ ਅੱਗੋਂ ਵਾਲਾ ਜਵਾਬ ਪਤਾ ਕੀ ਦਿੱਤਾ? ਕਹਿੰਦਾ ਹਾਂ ਲੱਗਾ ਹੈ। ਮੈਂ ਕਿਹਾ ਚੇਤਾ ਨਾ ਕਰਾਇਆ ਕਰੂਗਾ ਵੀ 20 ਤਰੀਕ ਨੂੰ ਵੋਟ ਇਹਨੂੰ ਪਾਉਣੀ ਹੈ? ਕਹਿੰਦਾ ਨਾ ਨਾ, ਵੋਟ ਵੇਖ ਕੇ ਤਾਂ ਮੈਨੂੰ ਕਚੀਚੀ ਚੜ੍ਹਦੀ ਹੈ। ਇਹ ਬਾਪੂ ਦੀ ਵਰਡਿੰਗ ਹੈ। ਤੇ ਮੈਂ ਵੀ ਫਿਰ ਕਹਿ ਦਿੱਤਾ, ਮੈਂ ਕਿਹਾ ਫਿਰ 5 ਨੰਬਰ ਬਟਨ ਦਬਾ ਕੇ ਨਾ ਉਹ ਜਿਹੜੀ ਕਚੀਚੀ ਜੀ ਚੜ੍ਹਦੀ ਹੈ, ਮੈਂ ਕਿਹਾ ਸਾਨੂੰ ਵੋਟ ਪਾ ਕੇ ਤੂੰ ਕਚੀਚੀ ਜੀ ਕੱਢ ਲਿਆ ਜੇ। ਸੋ ਜ਼ਰੂਰੀ ਨਹੀਂ ਹੈ
ਕਿ ਬਹੁਤੇ ਬੋਰਡ ਲੱਗਣ ਦੇ ਨਾਲ, ਹੁਣ ਮੰਨ ਲਓ ਇੱਕ ਬੋਰਡ ਅਪੜਿਆ, ਇੱਕ ਮਹੂ ਆਪ ਹੀ ਅਪੜ ਗਿਆ, ਦੋ ਚੀਜ਼ਾਂ ਫਰਕ ਪੈ ਗਿਆ ਨਾ। ਤੁਹਾਡਾ ਫੋਨ ਆ ਜਾਂਦਾ, ਫੋਨ ਤੇ ਦੁੱਖ ਸੁੱਖ ਪੁੱਛਦੇ, ਮਖੂ ਜੀ ਕਿਵੇਂ ਆ, ਦਾਖਾ ਦਾ ਕਿਵੇਂ ਆ, ਕੀ ਹਾਲ ਚਾਲ ਹੈ। ਹੁਣ ਯਾਦਵਿੰਦਰ ਭਾਈ ਆਪ ਦਫ਼ਤਰ ਵਿੱਚ ਆ ਗਿਆ, ਮੇਰਾ ਤਾਂ ਚਾਹ ਦੂਣਾ ਹੋ ਗਿਆ ਨਾ। ਹੁਣ ਜਦੋਂ ਲੋਕ ਵੇਖਦੇ ਨੇ ਕਹਿੰਦੇ ਯਾਰ ਵੀ ਉਹਨਾਂ ਦੇ ਬੋਰਡ ਆ ਰਹੇ, ਮਹੂ ਆਪ ਆ ਰਿਹਾ। ਹੁਣ ਮੈਂ ਆਪ ਜਾਣਾ ਬਾਈ ਜੀ, ਪਿੰਡ ਦੇ ਵਿੱਚ ਸਪੀਕਰ ਫੜ ਕੇ ਆਪ ਬੋਲਦਾ ਵਾਂ, ਬੀਬੀਆਂ ਮੇਰੇ ਨਾਲ ਬੋਲਦੀਆਂ ਨੇ, ਹੋਕਾ ਦੇਣਾ, ਇਹਨਾਂ ਦਾ ਜਲੂਸ ਕੱਢਦਾ ਮੈਂ ਦੱਬ ਦੱਬ ਕੇ, ਬੇਅਦਬੀਆਂ ਦਾ ਮੈਂ ਇਹਨਾਂ ਨਾਲ ਜੋੜਦਾ ਵਾਂ, 328 ਸਰੂਪਾਂ ਦਾ ਜੋੜਦਾ ਵਾਂ। ਕਾਂਗਰਸ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰਆਂ ਖਾਧੀਆਂ ਸੀ, ਉਹ ਸਾਰੇ ਮੁੱਦੇ ਮੈਂ ਲੈਣਾ ਵਾਂ। ਕੇਜਰੀਵਾਲ ਦੇ ਮੁੱਦੇ ਲੈਣਾ, ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੜਿੱਕਾ ਬਣਿਆ ਹੋਇਆ, ਇਹਨਾਂ ਸਾਰਿਆਂ ਦਾ ਮੈਂ ਜਲੂਸ ਕੱਢਦਾ ਵਾਂ ਪਿੰਡਾਂ ਦੇ ਵਿੱਚ। ਇਸੇ ਕਰਕੇ ਤੇ ਮੇਰੇ ਖਿਲਾਫ ਇੱਕ ਦੋ ਦਿਨਾਂ ਤੋਂ ਇਹਨਾਂ ਨੇ ਇੱਕ ਹਵਾ ਚਲਾਈ ਹੋਈ ਹੈ। ਮੈਂ ਹੁਣੇ ਇੰਟਰਵਿਊ ਕੀਤਾ ਜਿਹੜੇ ਕੰਗ ਨੇ ਉਹਨਾਂ ਦਾ, ਜਾਂ ਹੋਰਾਂ ਦੇ ਵੀ ਅਸੀਂ ਇੰਟਰਵਿਊ ਸੁਣਿਆ, ਕਿ ਸੰਦੀਪ ਸੰਧੂ ਦਾ ਵੀ ਸੁਣਿਆ ਸਾਡੇ ਚੈਨਲ ਤੇ, ਹੋਰ ਸਾਡੇ ਜਿਹੜੇ ਕੁਲੀਗ ਨੇ ਕੀਤਾ। ਉਹ ਕਹਿੰਦੇ ਤੁਸੀਂ ਤਾਂ ਰੇਸ 'ਚ ਹੀ ਨਹੀਂ ਕਿਸੇ 'ਚ। ਉਹ ਕਹਿੰਦੇ ਆ ਨਾ ਰੇਸ ਦੇ ਵਿੱਚ ਨਹੀਂ। ਉਹ ਕਿਉਂ ਇਹ ਗੱਲ ਕਹਿਣੀ ਪੈ ਰਹੀ ਉਹਨਾਂ ਨੂੰ, ਸ਼ਬਦਾਵਲੀ ਉਹਨਾਂ ਨੂੰ ਕਿਉਂ ਵਰਤਣੀ ਪੈ ਰਹੀ? ਜਿਵੇਂ ਪਿੰਡਾਂ ਦੇ ਵਿੱਚ ਇੰਨੇ ਬੋਰਡ ਕਿਉਂ ਲਾ ਰਹੇ ਨੇ? ਕਿਉਂਕਿ ਕਿਸਾਨੀ ਝੰਡੀਆਂ ਪਿੰਡ ਪਿੰਡ ਵਿੱਚ ਲੱਗੀਆਂ ਸੀ। ਮੇਰੀ ਝੰਡੀ ਤਾਂ ਐਕਚੁਅਲ ਦੇ ਵਿੱਚ ਹੈ ਨਾ, ਜਿਹੜੀ ਪਾਰਟੀ ਵੱਲੋਂ ਮੈਂ ਆਇਆ ਵਾਂ, ਮੈਨੂੰ ਨਵੀਆਂ ਲਾਉਣ ਦੀ ਲੋੜ ਨਹੀਂ ਹੈ। ਉਹਨਾਂ ਸਾਡੀਆਂ ਝੰਡੀਆਂ ਲਕਾਉਣ ਵਾਸਤੇ ਇਹਨਾਂ ਨੂੰ ਆਪਣਾ ਉੱਥੇ ਬੜਾ ਕੁਝ ਦੇਣਾ ਪੈ ਰਿਹਾ। ਇਹ ਕਹਿੰਦੇ ਰੇਸ ਦੇ ਵਿੱਚ ਨਹੀਂ। ਕੰਗ ਨੂੰ ਪੁੱਛੋ ਇਹ ਕਿਹੜੀ ਰੇਸ ਦੇ ਵਿੱਚ ਹੈ? ਕੰਗ ਦੱਸੇ ਨਾ ਕਿਹੜੀ ਰੇਸ ਦੇ ਵਿੱਚ ਹੈ, ਇਹਦਾ ਚਿਹਰਾ ਕੀ ਹੈ, ਇਹਨੇ ਕਿੰਨੇ ਕੁ ਪਿੰਡਾਂ ਦੇ ਵਿੱਚ ਗਿਆ, ਕਿੰਨਾ ਕੁ ਵਰਕ ਕੀਤਾ, ਕੰਗ ਦੱਸੇ, ਇਸ ਗੱਲ ਦਾ ਜਵਾਬ ਦੇਵੇ। ਜਿਹੜੀ ਪਾਰਟੀ ਵੱਲੋਂ ਇਹ ਆਇਆ, ਉਸ ਪਾਰਟੀ ਦੇ ਉੱਪਰ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੜਿੱਕਾ ਬਣਨ ਦਾ ਦੋਸ਼ ਕੀ ਗੱਲ ਹੈ? ਪੰਥਕ ਹਲਕਾ ਪੁੱਛੇਗਾ ਨਾ ਇਹਨਾਂ ਨੂੰ ਪਿੰਡ ਦੇ ਵਿੱਚ ਜਾਂਦਿਆਂ। ਪਰ ਫੂਲਕਾ ਤਾਂ ਪੰਥਕ ਹੀ ਸੀ। ਫੂਲਕਾ ਪੰਥਕ ਸੀ, ਫੂਲਕਾ ਚਲੇ ਗਏ। ਉਸ ਤੋਂ ਬਾਅਦ ਦਾਖਾ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦਾ ਵਜੂਦ ਨਹੀਂ ਹੈ। ਜੇ ਹੁੰਦਾ ਤਾਂ ਉਸ ਤੋਂ ਬਾਅਦ 8000 ਵੋਟ ਨਾ ਪੈਂਦੀ, ਕਿੱਥੇ 54 55,000, ਕਿੱਥੇ 8000 ਦੇ ਉੱਪਰ ਆ ਗਏ। ਇਹਦਾ ਮਤਲਬ ਜਾਣ ਦਾ ਫੈਕਟ ਤੇ ਪਿਆ ਹੈ ਨਾ। ਹੁਣ ਇਹ ਭੁਗਤਣਾ ਪੈਣਾ ਕੰਗ ਨੂੰ, ਤੇ ਕੰਗ ਨੂੰ ਲੱਗਦਾ ਪਿਆ ਵੀ ਹਰਪ੍ਰੀਤ ਸਿੰਘ ਮਖੂ ਕਿਸੇ ਰੇਸ ਵਿੱਚ ਨਹੀਂ। ਅਸੀਂ ਸੰਘਰਸ਼ੀ ਲੋਕ ਹਾਂ, ਅਸੀਂ ਸੰਘਰਸ਼ ਕਰਦੇ ਰਹਾਂਗੇ। ਮੈਂ ਪੁੱਛਦਾ, ਇਹ ਮੌਕਾ ਆਇਆ, ਤੁਸੀਂ ਜਰਨਲਿਜ਼ਮ ਕਰ ਰਹੇ ਸੀ, ਤੁਸੀਂ ਪ੍ਰਚਾਰ ਕਰ ਰਹੇ ਸੀ, ਇੱਕ ਮੌਕਾ ਆਇਆ, ਤੁਸੀਂ ਇਲੈਕਸ਼ਨ ਲੜ ਲਈ। ਮੰਨ ਲਓ ਤੁਸੀਂ ਇਲੈਕਸ਼ਨ ਹਾਰ ਜਾਂਦੇ ਹੋ, ਮੈਂ ਕਹਿੰਦਾ ਤੁਸੀਂ ਜਿੱਤੋ ਜੀ, ਹਰ ਬੰਦਾ ਜਿੱਤਣ ਲਈ ਲੜਦਾਗਾ। ਮੰਨ ਲਓ ਤੁਸੀਂ ਹਾਰ ਜਾਂਦੇ ਹੋ, ਕਿ ਤੁਸੀਂ ਰਾਜਨੀਤੀ ਕਰੋਗੇ ਫਿਰ, ਜਾਂ ਤੁਸੀਂ ਜਿਵੇਂ ਹੁੰਦਾ ਆਮ ਤੌਰ ਤੇ ਮੈਂ ਸਵਾਲ ਕਰਦਾ, ਹੁੰਦਾ ਕਿ ਜਿਹੜੇ ਐਕਟਿਵਿਸਟ ਟਾਈਪ ਲੋਕ ਹੁੰਦੇ ਨੇ ਤੁਹਾਡੇ ਵਰਗੇ, ਉਹ ਕਿਸੇ ਮੌਕੇ ਤੇ ਮਾਹੌਲ 'ਚ ਆ ਜਾਂਦੇ ਨੇ। ਜਦੋਂ ਮਾਹੌਲ ਚਲਾ ਗਿਆ, ਮੰਨ ਲਓ ਤਾਂ ਤੁਸੀਂ ਨਿਰਾਸ਼ ਹੋ ਜਾਓਗੇ ਵੀ ਯਾਰ ਹਾਰ ਗਏ, ਕੋਈ ਲੋਕ ਸਾਥ ਨਹੀਂ ਦਿੰਦੇ, ਫਿਰ ਕੀ ਤੁਸੀਂ ਐਕਟਿਵ ਰਹੋਗੇ ਜੇ ਹਾਰ ਵੀ ਜਾਂਦੇ ਹੋ? ਦੋ ਚੀਜ਼ਾਂ ਨੇ। ਐਕਟਿਵ ਹੁੰਦਾ ਵੀ ਤੁਹਾਡੇ ਕੋਲ ਪਾਵਰ ਹੈ, ਤੁਸੀਂ ਪਾਵਰ ਦੇ ਨਾਲ ਕੰਮ ਕਰਦੇ ਚਲੇ ਜਾਓਗੇ, ਜਿਹੜਾ ਤੁਹਾਡਾ ਫੀਲਡ ਹੈਗਾ ਕਿ ਪ੍ਰਚਾਰ ਕਰੋ। ਇੱਕ ਗੱਲ ਦੱਸੋ ਮੈਨੂੰ, ਉਹ ਫੀਲਡ ਤੋਂ ਕਿੰਨਾ ਕੁ ਵੱਖਰਾ ਬਣਦੇ ਪਏ ਹੋ? ਉਹਦੇ ਵਿੱਚ ਵੀ ਤੁਸੀਂ ਹੁਣ ਲੋਕਾਂ ਦੀ ਆਵਾਜ਼ ਚੱਕਦੇ ਪਏ ਹੋ ਨਾ ਆ ਕੇ। ਤੇ ਜੇ ਤੁਸੀਂ ਪਾਵਰ ਦੇ ਵਿੱਚ ਆ ਜਾਂਦੇ ਹੋ ਤਾਂ ਵੀ ਲੋਕਾਂ ਦੀ ਆਵਾਜ਼ ਚੱਕਦੇ ਹੋ। ਮੈਨੂੰ ਇੰਜ ਲੱਗਦਾ ਪਿਆ ਵੀ ਇੱਕ ਪੱਤਰਕਾਰ ਤੇ ਇੱਕ ਪ੍ਰਚਾਰਕ ਜੇ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣ, ਤੇ ਇਹਨਾਂ ਵਰਗਾ ਧਰਮ ਹੀ ਕੋਈ ਨਹੀਂ ਹੁੰਦਾ। ਪੱਤਰਕਾਰ ਦਾ ਵੀ ਇੱਕ ਧਰਮ ਹੈ, ਪੱਤਰਕਾਰੀ ਕਰਨਾ, ਹੱਕ ਸੱਚ ਦੀ ਆਵਾਜ਼ ਬੁਲੰਦ ਕਰਨਾ, ਦੱਬੇ ਕੁਚਲੇ ਦੀ ਆਵਾਜ਼ ਚੱਕਣਾ, ਨਾ ਕਿ ਕਾਰਪੋਰੇਟ ਘਰਾਣਿਆਂ ਦੀ। ਇਹੀ ਪ੍ਰਚਾਰਕ ਦਾ ਫਰਜ਼ ਹੁੰਦਾ। ਸੋ ਮੈਨੂੰ ਇੰਜ ਲੱਗਦਾ ਪਿਆ ਵੀ ਜੇ ਮੈਂ ਹਾਰਨ ਤੋਂ ਬਾਅਦ, ਤੁਸੀਂ ਹੁਣ ਸ਼ਬਦ ਵਰਤਿਆ ਹਾਰਨ ਦਾ, ਬਿਲਕੁਲ ਤੁਹਾਡਾ ਹੱਕ ਹੈ ਕਹਿਣ ਦਾ, ਔਰ ਮੈਂ ਕਹਿ ਰਿਹਾ, ਮੈਂ ਤਾਂ ਸਹੀ ਗੱਲ, ਹਰ ਬੰਦਾ ਜਿੱਤਣ ਨਹੀਂ ਲੜਦਾ। ਮੈਂ ਤੁਹਾਡੇ ਤੇ ਪੁੱਛ ਰਿਹਾ, ਮੰਨ ਲਓ ਤੁਸੀਂ ਹਾਰ ਜਾਂਦੇ ਹੋ, ਕੀ ਤੁਸੀਂ ਰਾਜਨੀਤੀ 'ਚ ਰਹੋਗੇ? ਬੜਾ ਪਿਆਰਾ ਸਵਾਲ ਹੈ, ਇਹਦਾ ਮੈਂ ਜਵਾਬ ਦੇਣਾ ਵਾਂ। ਰਾਜਨੀਤੀ ਵਿੱਚ ਜਦੋਂ ਹਾਰ ਗਏ ਹੈ ਨਾ, ਉਸ ਤੋਂ ਬਾਅਦ ਲੋਕ ਮੁੱਦੇ ਤੇ ਚੁੱਕਾਂਗਾ ਨਾ। ਜੇ ਕੋਈ ਕਹੇਗਾ ਮੇਰੇ ਨਾਲ ਇਸ ਐਮਐਲਏ ਨੇ ਇਸ ਕਰਕੇ ਧੱਕਾ ਕਰ ਦਿੱਤਾ ਵੀ ਮਖੂ ਦੇ ਨਾਲ ਖਲੋਤਾ ਸੀ, ਆਵਾਜ਼ ਤੇ ਚੁੱਕਾਂਗਾ ਨਾ। ਫਿਰ ਮੇਰੇ ਕੋਲ ਸਿਆਸੀ ਪਾਵਰ ਨਹੀਂ ਹੋਵੇਗੀ, ਪਰ ਮੀਡੀਆ ਦੀ ਪਾਵਰ ਤੇ ਹੋਵੇਗੀ। ਉਸ ਮੀਡੀਆ ਦੀ ਪਾਵਰ ਦੀ ਮੇਰੇ ਕਹਿਣ ਦਾ ਮਤਲਬ ਸਮਝੇ ਨਹੀਂ। ਮੈਂ ਕਹਿ ਰਿਹਾ ਕਿ ਤੁਸੀਂ ਸਰਗਰਮ ਰਹੋਗੇ, ਤੁਸੀਂ ਸਰਗਰਮ ਤੇ ਆਪੇ ਹੋ ਹਲਕੇ ਨੂੰ ਨਹੀਂ ਛੱਡੋਗੇ। ਜਿਵੇਂ ਐਲੀਗੇਸ਼ਨ ਲਾਉਂਦੇ ਭਾਈ ਲੜਨ ਤਾਂ ਆ ਗਏ, ਲੜੇ, ਹਾਰ ਗਏ, ਉਦੋਂ ਮੁੜ ਕੇ ਚਲੇ ਗਏ। ਮੁੜ ਕੇ ਫਿਰ ਜਦੋਂ ਇਲੈਕਸ਼ਨ ਆਉਂਦੀ ਆ, ਬਹੁਤ ਸਾਰੇ ਬੰਦੇ ਦੇਦੇ 5 ਸਾਲ ਬਾਅਦ ਫਿਰ ਆ ਜਾਂਦੇ ਨੇ। ਦੁੱਖ ਸੁੱਖ ਦੇ ਵਿੱਚ ਜਾਵਾਂਗੇ, ਮੁੱਦੇ ਵੀ ਚੁੱਕਾਂਗੇ। ਹੁਣ ਇਹਨਾਂ ਪਿੰਡਾਂ ਦਾ, ਹੁਣ ਜਿੰਨੀ ਮੈਂ ਚੰਗੀ ਤਰ੍ਹਾਂ ਘੁੰਮ ਫਿਰ ਕੇ ਵੇਖਿਆ ਵੀ ਚਿੱਟੇ ਦੀ ਕਾਰਵਾਈ ਕਿੱਥੇ ਕਿੱਥੇ ਚੱਲਦੀ ਪਈ ਹੈ, ਕਿੱਥੇ ਕਿੱਥੇ ਇਹਨਾਂ ਦੇ 2 ਨੰਬਰ ਦੇ ਧੰਦੇ ਚੱਲਦੇ ਪਏ ਨੇ, ਕਿੱਥੇ ਕਿੱਥੇ ਇਹਨਾਂ ਨੇ ਜ਼ਮੀਨਾਂ ਲਈਆਂ ਨੇ, ਉਹ ਸਾਰੀਆਂ ਚੀਜ਼ਾਂ ਮੇਰੇ ਦਿਲੋਂ ਦਿਮਾਗ ਦੇ ਵਿੱਚ ਨੇ ਨਾ। ਜੇ ਹਾਰ ਵੀ ਜਾਂਦੇ ਆ ਤਾਂ ਵੀ ਲੋਕਾਂ ਦੇ ਮੁੱਦੇ ਚੁੱਕਾਂਗੇ, ਵਿਸ਼ੇਸ਼ ਤੌਰ ਤੇ ਦਾਖਾ ਵਾਲਿਆਂ ਨੂੰ ਨਿਰਾਸ਼ ਨਹੀਂ ਹੋਣ ਦਿਆਂਗੇ। ਸਿਮਰਜੀਤ ਮਾਨ ਵੀ ਚੋਣ ਲੜ ਰਹੇ ਨੇ, ਹੋਰ ਵੀ ਬਹੁਤ ਸਾਰੇ ਲੋਕ ਕਿਸਾਨ ਅੰਦੋਲਨ ਨਾਲ, ਜਿਵੇਂ ਲੱਖਾ ਸਿਧਾਣਾ ਨੇ, ਕੋਟਲੀ ਵੀ ਲੜ ਰਹੇ ਨੇ। ਕਿਵੇਂ ਦੇਖ ਰਹੇ ਹੋ ਤੁਸੀਂ? ਵੈਸੇ ਤੁਹਾਡੀ ਟੀਮ ਨੂੰ ਕਿਵੇਂ ਦੇਖ ਰਹੇ ਹੋ? ਹਾਲਾਂਕਿ ਸਿਮਰਜੀਤ ਮਾਨ ਤਾਂ ਆਪਣੀ ਪਾਰਟੀ ਤੋਂ ਲੜ ਰਹੇ ਨੇ, ਪਰ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਵਾਂ। ਲੰਬੇ ਸਮੇਂ ਤੋਂ ਉਹਨਾਂ ਨੇ ਲੜਾਈ ਲੜੀ ਹੈ, ਉਹਨਾਂ ਦੀ ਵੀ ਰਿਸਪੈਕਟ ਕਰਦਾ ਵਾਂ। ਲੱਖਾ ਸਿਧਾਣਾ ਜੀ ਨੇ ਵੀ ਪੰਜਾਬ ਦੀ ਆਵਾਜ਼ ਚੁੱਕੀ ਹੈ, ਉਹਨਾਂ ਦੀ ਰਿਸਪੈਕਟ ਵੀ ਕਰਦਾ ਵਾਂ। ਜਿਹੜੇ ਚੰਗੇ ਚਿਹਰੇ ਨੇ ਉਹ ਅੱਗੇ ਆਉਣੇ ਚਾਹੀਦੇ ਨੇ। ਮੈਂ ਤੇ ਇੱਥੋਂ ਤੱਕ ਵੀ ਗੱਲ ਵੱਡੀ ਕਰਦੇ ਆ, ਹੁਣ ਬਹੁਤ ਵੱਡੀ ਕਰਦੇ ਆ। ਮੈਨੂੰ ਨਹੀਂ ਪਤਾ ਵੀ ਇਹ ਗੱਲ ਸਾਡੀ ਪਾਰਟੀ ਨੂੰ ਕਿਵੇਂ ਦੀ ਲੱਗਣੀ ਹੈ। ਕਿਸੇ ਵੀ ਪਾਰਟੀ ਦੇ ਜਿਹੜੇ ਚੰਗੇ ਚਿਹਰੇ ਨੇ, ਜਿਹੜੇ ਇਮਾਨਦਾਰ ਨੇ, ਉਹ ਅੱਗੇ ਆਉਣੇ ਚਾਹੀਦੇ ਨੇ, ਤਾਂ ਕਿ ਸਮਾਜ ਦੀ ਆਬੋ ਹਵਾ ਚੇਂਜ ਹੋ ਜਾਵੇ। ਕਿਸੇ ਦੌਰ 'ਚ ਤੁਸੀਂ ਬਹੁਤ ਸਾਰੇ ਸਿੱਖ ਇਸ਼ੂਜ਼ ਦੇ ਉੱਤੇ ਬੋਲਦੇ ਹੋ। ਪੰਜਾਬ 'ਚ ਖਾੜਕੂ ਲਹਿਰ ਰਹੀ ਹੈਗੀ, ਖਾੜਕੂ ਲਹਿਰ ਨੇ ਬਾਈਕਾਟ ਵੀ ਕੀਤਾ ਇਲੈਕਸ਼ਨ ਦਾ,
ਇੱਕ ਇਹ ਸਮਝ ਰਹੀ ਹੈ ਸਿੱਖਾਂ ਦੀ ਕਿ ਇਹ ਜਿਹੜੀ ਡੈਮੋਕ੍ਰੇਸੀ ਆ ਇਹਦੇ 'ਚ ਪਾਰਟਿਸਿਪੇਟ ਕਰ ਵੀ ਲਓਗੇ ਜਾ ਕੇ, ਕੁਝ ਬਦਲਣ ਵਾਲਾ ਨਹੀਂ ਆ, ਸਿੱਖਾਂ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ। ਇੱਕ ਥਾਟ ਹੈ ਇਸ ਤਰ੍ਹਾਂ ਦਾ ਕਿ ਅਗਰ ਚਲੇ ਵੀ ਜਾਓਗੇ ਪਾਰਲੀਮੈਂਟ 'ਚ ਕੀ ਹੋ ਜਾਊਗਾ, ਵਿਧਾਨ ਸਭਾ ਚਲੇ ਜਾਓਗੇ ਕੀ ਹੋ ਜਾਊਗਾ, ਸਿਸਟਮ ਤਾਂ ਉਹੀ ਹੈ, ਉਹ ਤੁਹਾਨੂੰ ਆਪਣੇ ਮੁਤਾਬਕ ਢਾਲ ਲੂਗਾ। ਤੁਹਾਨੂੰ ਕੀ ਲੱਗਦਾ? ਤੁਹਾਨੂੰ ਲੱਗਦਾ ਹੈਗਾ ਕਿ ਲੋਕਤੰਤਰ ਦੇ ਅੰਦਰ ਹੀ ਸਭ ਠੀਕ ਹੋ ਸਕਦਾ ਜਾਂ ਤੁਸੀਂ ਦੂਜਾ ਰਾਹ ਠੀਕ ਮੰਨਦੇ ਹੋ? ਨਹੀਂ, ਲੋਕਤੰਤਰ ਦੇ ਵਿੱਚ ਸਾਨੂੰ ਲੋਕਤਾਂਤਰਿਕ ਤਰੀਕੇ ਨਾਲ ਤੁਰਨ ਦੇ ਵਿੱਚ ਹੀ ਸਿਆਣਪ ਹੈ। ਤੁਸੀਂ ਆਪਣਾ ਕੰਮ ਕਰਦੇ ਜਾਓਗੇ, ਲੋਕਤੰਤਰ ਦੇ ਵਿੱਚ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਗੱਲ ਮਨਵਾਓਗੇ, ਉਹ ਜ਼ਿਆਦਾ ਬੈਟਰ ਰਹਿ ਜਾਂਦਾ ਹੈ। ਪਰ ਜੇ ਕਿਸੇ ਵੀਰ ਨੂੰ ਲੱਗਦਾ ਹੈ ਵੀ ਲੋਕਤੰਤਰ ਦੇ ਵਿੱਚ ਐਸਾ ਨਹੀਂ, ਅਸੀਂ ਐਸਾ ਕਰ ਸਕਦੇ ਹਾਂ, ਤੇ ਉਹਨਾਂ ਦੀ ਗੱਲ ਗੌਰ ਕੀਤੀ ਜਾ ਸਕਦੀ ਹੈ, ਉਹਨਾਂ ਦੀ ਗੱਲ ਤੇ ਗੌਰ ਕੀਤੀ ਜਾ ਸਕਦੀ ਉਹਨਾਂ ਦੀ। ਲੱਗਦਾ ਨਹੀਂ, ਇਹ ਤਾਂ ਲੱਗਦਾ ਰਿਹਾ ਹੈਗਾ ਤੁਹਾਡੀਆਂ ਇੰਟਰਵਿਊਆਂ ਤੇ ਇੰਨੇ ਪੰਗੇ ਪਏ, ਉਹ ਸਾਰਾ ਮਸਲਾ ਹੀ 92 ਦੀ ਇਲੈਕਸ਼ਨ ਦੇ ਬਾਈਕਾਟ ਵਾਲਾ। ਤੁਸੀਂ ਇੱਕ ਗੱਲ ਦੱਸੋ, ਹਰਮਿੰਦਰ ਸੰਧੂ ਚੋਣ ਲੜਨਾ ਚਾਹੁੰਦੇ ਸੀਗੇ, ਉਦੋਂ 92 ਦੀ ਇਲੈਕਸ਼ਨ ਦਾ ਜਿਹੜਾ ਬਾਈਕਾਟ ਹੋਇਆ, ਉਹਦੇ ਵਿੱਚ ਵੀ ਕੁਝ ਨੇ ਬਾਈਕਾਟ ਕੀਤਾ, ਕੁਝ ਨੇ ਬਾਈਕਾਟ ਨਹੀਂ ਕੀਤਾ। ਅੱਜ ਵੀ ਉਹ ਗੱਲ ਕਹਿ ਰਹੇ ਨੇ ਵੀ ਅਸੀਂ ਬਾਈਕਾਟ ਨਹੀਂ ਸੀ ਕਰਨਾ ਚਾਹੁੰਦੇ, ਪਰ ਉਹ ਕੀ ਸਥਿਤੀ ਸੀ? ਉਸ ਤੋਂ ਬਾਅਦ ਵੀ ਬੜੇ ਇਲੈਕਸ਼ਨ ਆਏ, ਉਸ ਤੋਂ ਬਾਅਦ ਕਿਸੇ ਨੇ ਬਾਈਕਾਟ ਨਹੀਂ ਕੀਤਾ, ਉਸ ਤੋਂ ਬਾਅਦ ਇਲੈਕਸ਼ਨ ਲੜੇ ਵੀ ਗਏ। ਇਹਦਾ ਮਤਲਬ ਉਹ ਇੱਕ ਵਕਤ ਦਾ ਇੱਕ ਇੰਜ ਕਹਿ ਲਈਏ ਵੀ ਐਸਾ ਤਕਾਜ਼ਾ ਸੀ ਵੀ ਉਦੋਂ ਬਾਈਕਾਟ ਕਰਨਾ ਪਿਆ। ਉਸ ਤੋਂ ਬਾਅਦ ਉਹਨਾਂ ਸ਼ਖਸੀਅਤਾਂ ਨੇ ਇਲੈਕਸ਼ਨ ਵੀ ਲੜੇ ਆ, ਫਿਰ ਕੀ ਹੋ ਗਿਆ? ਸੋ ਸਮਾਂ ਹੁੰਦਾ, ਕਈ ਵਾਰੀ ਸਮਾਂ ਤੁਹਾਡੀ ਮੰਗ ਕਰਦਾ ਵੀ ਤੁਸੀਂ ਆਹ ਕੰਮ ਕਰੋ, ਕਈ ਵਾਰੀ ਸਮਾਂ ਮੰਗ ਕਰਦਾ ਵੀ ਤੁਸੀਂ ਉਸ ਵੇਲੇ ਬਾਈਕਾਟ ਕਰੋ। ਜੇ ਬਾਈਕਾਟ ਉਹਨਾਂ ਨੇ ਕੀਤਾ, ਕਿਉਂ ਕੀਤਾ, ਉਸ ਸਮੇਂ ਦੇ ਉਹ ਦੱਸ ਸਕਦੇ ਨੇ। ਪਰ ਉਸ ਤੋਂ ਬਾਅਦ ਇਲੈਕਸ਼ਨ ਲੜਿਆ, ਸਰਦਾਰ ਸਿਮਰਨਜੀਤ ਸਿੰਘ ਮਾਨ ਇਲੈਕਸ਼ਨ ਲੜਦੇ ਪਏ ਆ। ਤੁਹਾਡੇ ਲਈ ਕੋਈ ਪ੍ਰਚਾਰ ਕਰਨ ਆਇਆ ਤੁਹਾਡੇ ਮੋਰਚੇ ਦੀ ਸਾਰੀ ਟੀਮ ਚੋਂ ਜਾਂ ਕੋਈ ਹੋਰ? ਜਿਵੇਂ ਪਹਿਲਾਂ ਸੀ ਕਿਸਾਨ ਅੰਦੋਲਨ ਵੇਲੇ ਇੱਕ ਮਾਹੌਲ ਸੀਗਾ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਉਹ ਮਾਹੌਲ ਚੋਣਾਂ 'ਚ ਕਿਉਂ ਨਹੀਂ ਦਿਖ ਰਿਹਾ ਹੈਗਾ? ਮਤਲਬ ਮੈਂ ਵੀ ਘੁੰਮ ਰਿਹਾ ਪੰਜਾਬ, ਮੈਂ ਕਿਸਾਨ ਅੰਦੋਲਨ 'ਚ ਤੁਸੀਂ ਵੀ ਰਹੇ ਹੋ, ਮੈਂ ਵੀ ਰਿਹਾਂਗਾ, ਬਹੁਤ ਥੋਰੋਲੀ ਕਵਰ ਕੀਤਾ ਆਪਾਂ, ਹਨਾ। ਸੌਂਦੇ ਵੀ ਉੱਥੇ ਸੀ, ਟਰਾਲੀਆਂ 'ਚ ਜਾਗਦੇ ਵੀ ਉੱਥੇ ਸੀ, ਸਵੇਰੇ ਉੱਠ ਖੜ੍ਹਦੇ 7 ਵਜੇ ਤੇ ਰਾਤ ਨੂੰ 12 ਵਜੇ ਤੱਕ ਰਿਪੋਰਟਿੰਗ ਚੱਲਦੀ ਸੀ। ਬਹੁਤ ਵਧੀਆ ਮਾਹੌਲ। ਹਾਂ, ਮੈਂ ਕਹਿ ਰਿਹਾ ਉਹ ਮਾਹੌਲ ਇਲੈਕਸ਼ਨ 'ਚ ਕਿਉਂ ਨਹੀਂਗਾ? ਉਹਦੇ ਬਾਰੇ ਥੋੜਾ ਜਿਹਾ ਮੈਂ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਸੀ ਕਿਸਾਨ ਮੋਰਚੇ ਦੀ ਕੈਂਪੇਨ ਤਾਂ ਸਿੰਘੂ ਬਾਰਡਰ ਬਣ ਜੂ, ਬਣੀ ਨਹੀਂ ਬਣੀ। ਕਿਉਂ ਨਹੀਂ ਬਣੀ? ਉਹਦੇ ਵਿੱਚ ਕਾਰਨ ਹੋ ਗਿਆ ਜਿਹੜਾ ਆਪਸ ਦੇ ਵਿੱਚ ਥੋੜਾ ਜਿਹਾ ਹੋ ਗਿਆ ਨਾ, ਕੁਛ ਨੇ ਕਹਿਤਾ ਲੜਾਂਗੇ, ਕੁਛ ਨੇ ਕਹਿਤਾ ਨਹੀਂ ਲੜਾਂਗੇ। ਇਹਦੇ ਨਾਲ ਲੋਕਾਂ 'ਚ ਥੋੜੀ ਜਿਹੀ ਨਿਰਾਸ਼ਾ ਹੋਈ। ਉਹ ਕਹਿੰਦੇ ਜੇ ਉੱਥੇ ਇਕੱਠੇ ਸੀ ਤੇ ਪੰਜਾਬ ਦੇ ਵਿੱਚ ਵੀ ਇਕੱਠੇ ਰਹਿਣਾ ਚਾਹੀਦਾ ਸੀ। ਹੁਣ ਵੀ ਜਿਹੜੀਆਂ ਪਿੰਡਾਂ ਦੇ ਵਿੱਚ ਜਥੇਬੰਦੀਆਂ ਨੇ, ਉਹਨਾਂ ਦੇ ਵਿੱਚ ਵੀ ਜਿਵੇਂ ਕਿਸੇ ਕੋਲ ਜਾਈਦਾ ਹੈ, ਉਹ ਕਹਿੰਦੇ ਬਾਈ ਜੀ ਸਪੋਰਟ ਮਖੂ ਸਾਹਿਬ ਤੇਰੀ ਕਰਾਂਗੇ, ਪਰ ਸਾਡੀ ਪਾਰਟੀ ਵੱਲੋਂ ਐਸਾ ਨਹੀਂ ਹੈ ਵੀ ਅਸੀਂ ਖੁੱਲ੍ਹ ਕੇ ਧੁਰ ਸਕੀਏ। ਮੈਂ ਕਹਿੰਦਾ ਜੀ ਠੀਕ ਹੈ। ਜਿਹੜਾ ਸਿੰਘੂ ਵਾਲਾ ਮਾਹੌਲ ਹੈ ਉਹ ਨਹੀਂ ਬਣਿਆ, ਜਦਕਿ ਚਾਹੀਦਾ ਇਹ ਸੀ। ਮੈਨੂੰ ਤਾਂ ਐਸਾ ਲੱਗਦਾ ਸੀ ਸ਼ੁਰੂਆਤ ਵਿੱਚ ਬਈ ਆਪਣੀ ਕੰਪੇਨ ਤੇ ਪਿੰਡ ਵਿੱਚੋਂ ਸਾਂਭੀ ਜਾਣੀ, ਪਿੰਡ ਵਿੱਚ ਇਕਾਈ ਬੈਠੀ ਹੈ, ਆਪਾਂ ਨੂੰ ਕੁਝ ਨਹੀਂ ਕਰਨਾ ਪੈਣਾ, ਉਹਨਾਂ ਇਕਾਈਆਂ ਨੇ ਪਿੰਡ ਸਾਂਭ ਲਿਆ ਕਰਨਾ ਹੈ, ਲਾਗਲੇ ਪਿੰਡ ਸਾਂਭ ਲਿਆ ਕਰਨੇ ਨੇ। ਪਰ ਐਸਾ ਹੋਇਆ ਨਹੀਂ। ਜਦੋਂ ਮੈਂ ਦੇਖਿਆ ਵੀ ਨਹੀਂ ਹੋਇਆ, ਫਿਰ ਮੈਂ ਸੋਚਿਆ ਵੀ ਤੂੰ ਖੁਦ ਬੁਲਾ ਰੱਖ ਹੈ, ਬੋਲਣ ਦਾ ਤੈਨੂੰ ਪਤਾ ਹੈ ਨਾ, ਜੇ ਕਰਤੂਤਾਂ ਬਾਰੇ ਤੈਨੂੰ ਪਤਾ ਹੈ, ਕਰਦੇ ਨੰਗੇ। ਫਿਰ ਮੈਂ ਪਿੰਡਾਂ ਦੇ ਵਿੱਚ ਨਿਕਲ ਗਿਆ, ਸਪੀਕਰ ਲੈ ਕੇ ਫਿਰ ਆਪ ਬੋਲਿਆ। ਹੁਣ ਤੁਸੀਂ ਇੱਕ ਸਵਾਲ ਬੜਾ ਪਿਆਰਾ ਕੀਤਾ ਵੀ ਤੁਹਾਡੇ ਲਈ ਪ੍ਰਚਾਰ ਕਰਨ ਕੋਈ ਆਇਆ? ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਆਏ, ਇੱਕ ਦਿਨ ਪੂਰਾ ਲਾ ਕੇ ਗਏ। ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਆਪਾਂ ਫਿਰ ਇੱਕ ਦਿਨ ਆਉਂਦੇ ਹਾਂ ਤੇ ਕੋਈ ਹੋਰ ਵੀ ਜਿਹੜਾ ਸਟਾਰ ਪ੍ਰਚਾਰਕ ਹੋ ਸਕਦਾ ਆ ਉਹਨਾਂ ਨੂੰ ਵੀ ਲੈ ਕੇ ਆਉਂਦੇ ਹਾਂ। ਉਹਨਾਂ ਵੱਲੋਂ ਮੈਨੂੰ ਹੌਸਲਾ ਪੂਰਾ ਮਿਲਿਆ। ਹੋਰ ਜਥੇਬੰਦੀ ਕਿਸੇ ਵੱਲੋਂ ਮੈਨੂੰ ਇਸ ਜੀ ਕਾਲ ਤੱਕ ਵੀ ਨਹੀਂ ਆਈ ਵੀ ਇੱਥੇ ਅਸੀਂ ਆਈਏ ਜਾਂ ਕੰਪੇਨ ਕਰੀਏ ਜਾਂ ਕਿਹੜੀ ਚੀਜ਼ ਦੀ ਲੋੜ ਹੈ ਜਾਂ ਅਸੀਂ ਕੀ ਕਰ ਸਕਦੇ ਹਾਂ। ਐਸਾ ਕੁਝ ਨਹੀਂ ਹੋਇਆ। ਇੰਜ ਲੱਗਦਾ ਪੰਜਾਬ 'ਚ ਤੁਸੀਂ ਕਿਵੇਂ ਦੇਖ ਰਹੇ ਹੋਗੇ? ਪੰਜਾਬ 'ਚ ਲੜਾਈ ਕਿਹਦੇ ਵਰਸਸ ਕਿਹਦੇ ਆ? ਪੰਜਾਬ 'ਚ ਮਾਹੌਲ ਕਿਹਦੀ ਸਰਕਾਰ ਬਣੂਗੀ? ਪੰਜਾਬ ਦੇ ਵਿੱਚ ਐਤਕੀ ਜਿਹੜੇ ਵੋਟਰ ਨੇ ਨਾ, ਉਹ ਲੀਡਰਾਂ ਵਰਗੇ ਹੋਏ ਪਏ ਨੇ, ਗੁਪਤ ਜੀ ਹੈ। ਜਿਵੇਂ ਹੁਣ ਇੱਕ ਪਿੰਡ ਦੇ ਵਿੱਚ ਗਏ, ਚਲੋ ਪਿੰਡ ਦਾ ਨਾਮ ਕੀ ਲੈਣਾ, ਉਹ ਕਹਿੰਦਾ ਵੀ ਜੇ ਸਾਡੇ ਪਿੰਡ ਦੇ ਵਿੱਚ ਬਾਦਲ ਕੇ ਆ ਜਾਂਦੇ ਨੇ, ਕਹਿੰਦਾ ਸਾਡੇ ਪਿੰਡ ਦੀ 300 ਵੋਟ ਹੈ, ਉਹੀ ਲੈ ਕੇ ਕਹਿੰਦਾ ਉੱਥੇ ਅੱਪੜ ਜੀਦਾ। ਜੇ ਕਾਂਗਰਸ ਵਾਲੇ ਆ ਜਾਂਦੇ ਨੇ, ਕਹਿੰਦਾ ਉਹੀ ਲੈ ਕੇ ਉੱਥੇ ਅੱਪੜ ਜੀਦਾ। ਕਹਿੰਦਾ ਦੋਹਾਂ ਦੀਆਂ ਫੋਟੋਆਂ ਪਈਆਂ ਹੁੰਦੀਆਂ ਪੇਜਾਂ ਤੇ, ਕਹਿੰਦਾ ਬੰਦੇ ਇੱਕੋ ਹੀ ਹੁੰਦੇ ਆ। ਕਹਿੰਦਾ ਬਾਈ ਜੇ ਤੂੰ ਇਕੱਠ ਕਰਨਾ, ਉਹੀ ਬੰਦੇ ਨੇ ਉੱਥੇ ਲੈ ਜਾਂਦੇ ਆ। ਹੁਣ ਇਹਨੂੰ ਕੀ ਸਮਝਾਂ ਮੈਂ ਵੀ ਵੋਟ ਕਿੱਧਰ ਪਊਗੀ? ਸੋ ਲੋਕ ਬੜੇ ਗੋਲ ਜਿਹੇ ਹੋਏ ਪਏ ਆ। ਐਤਕੀ ਦਾ ਇਲੈਕਸ਼ਨ ਇੱਕ ਐਸਾ ਇਲੈਕਸ਼ਨ ਹੈ ਜਿਹਦਾ ਪਤਾ ਹੀ ਨਹੀਂ ਲੱਗਦਾ ਪਿਆ ਵੀ ਕੌਣ ਜਿੱਤੂ, ਕੌਣ ਹਾਰੂ, ਕੀ ਬਣੂਗਾ। ਲੋਕ ਬੜੇ, ਮੈਨੂੰ ਲੱਗਦਾ ਵੀ ਐਤਕੀ ਗੁਪਤ ਕੋ ਕੰਮ ਕਰਨਗੇ। ਪਰ ਮੈਨੂੰ ਇੰਜ ਲੱਗਦਾ ਵੀ ਲੋਕਾਂ ਨੂੰ ਐਤਕੀ ਜਿਨ੍ਹਾਂ ਨੇ ਸਾਲ ਸਵਾ ਸਾਲ ਤੁਹਾਡੀ ਲੜਾਈ ਲੜੀ ਹੈ, ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਘੱਟੋ ਘੱਟ ਉਹਨਾਂ ਨੇ ਇੱਕ ਮੌਕਾ ਦੇਣਾ ਚਾਹੀਦਾ। ਤੁਹਾਨੂੰ ਇਸ ਗੱਲ ਦਾ ਦੁੱਖ ਹੈ ਕਿ ਨਹੀਂ ਦਿੰਦੇ ਲੋਕ ਸਾਥ? ਨਹੀਂ, ਮੈਂ ਕਹਿੰਦਾ ਵੀ ਦੇਣਾ ਚਾਹੀਦਾ। ਲੋਕ ਦਿੰਦੇ ਵੀ ਪਏ ਨੇ। ਕੁਛ ਐਸੇ ਨੇ ਜਿਨ੍ਹਾਂ ਨੇ ਉੱਥੇ ਝੰਡੀਆਂ ਕਿਸਾਨੀ ਸੀ, ਉਦੋਂ ਝੰਡੀਆਂ ਤੇ ਨੋ ਫਾਰਮਰ ਨੋ ਫੂਡ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਫਿਰ ਕਾਂਗਰਸੀਆਂ ਦੀਆਂ ਅਕਾਲੀਆਂ ਦੀਆਂ ਲੱਗ ਗਈਆਂ। ਉਹ ਤਕਲੀਫ ਹੈ ਵੀ ਜੇ ਤੇ ਤੁਹਾਡੇ ਸਾਰੇ ਮਸਲੇ ਹੱਲ ਕਰਾਤੇ ਇਹਨਾਂ ਨੇ, ਇਹਨਾਂ ਦੀ ਝੰਡੀ ਲਾ ਲਓ, ਮੈਨੂੰ ਕੋਈ ਆਬਜੈਕਸ਼ਨ ਨਹੀਂ। ਤੁਸੀਂ ਕਿਸਾਨੀ ਝੰਡੀ ਮੈਨੂੰ ਫੜਾ ਦਿਓ ਵੀ ਆਹ ਚੱਕਾ ਵੇਖੋ ਅਸੀਂ ਨਹੀਂ ਲਾਉਂਦੇ। ਪਰ ਜੇ ਮਸਲੇ ਨਹੀਂ ਹੱਲ ਹੋਏ ਤੇ ਫਿਰ ਤੁਸੀਂ ਝੰਡੀਆਂ ਇਹਨਾਂ ਦੀਆਂ ਕਿਉਂ ਲਾਈਆਂ ਨੇ? ਆਪਣੀ ਜ਼ਮੀਰ ਨੂੰ ਪੁੱਛ ਕੇ ਵੋਟ ਪਾਓ। ਆਹ ਥੋੜਾ ਜਿਹਾ ਮੈਨੂੰ ਹੈ ਲੋਕਾਂ ਨਾਲ ਵੀ ਤੁਸੀਂ ਝੰਡੀਆਂ ਕਿਉਂ ਲਾ ਲਈਆਂ। ਪਰ ਝੰਡੀਆਂ ਲੋਕਾਂ ਨੇ ਨਹੀਂ ਲਾਈਆਂ, ਧੱਕੇ ਨਾਲ ਲਾਈਆਂ ਗਈਆਂ ਨੇ। ਹੁਣ ਇੱਕ ਛੋਟੀ ਜਿਹੀ ਗੱਲ ਸੁਣਾਉਣਾ ਵਾ। ਇੱਕ ਪਿੰਡ ਦੇ ਵਿੱਚ ਮੈਂ ਗਿਆ, ਬੜੀਆਂ ਝੰਡੀਆਂ, ਲੋਕ ਤੇ ਡਰ ਜਾਂਦੇ ਆ ਨਾ ਵੀ ਇੱਥੇ ਝੰਡੀਆਂ ਬਹੁਤੀਆਂ, ਇੱਧਰ ਨਾ ਜਾਓ, ਪਤਾ ਨਹੀਂ ਕੀ ਹੋ ਜਾਣਾ। ਮੇਰੀ ਇੱਕ ਆਦਤ ਹੈ, ਮੈਂ ਉੱਥੇ ਜਾ ਕੇ ਬਹਿਣਾ, ਮੈਂ ਕਹਿੰਦਾ ਚਾਹ ਬਣਾਓ। ਮੈਨੂੰ ਪਤਾ ਲੱਗਦਾ, ਇੱਕ ਸਥਿਤੀ ਦਾ ਪਤਾ ਲੱਗਦਾ।
ਮੈਂ ਕਿਹਾ ਜੀ ਚਾਹ ਪੀਣੀ ਹੈ? ਕਹਿੰਦੇ ਹਾਂਜੀ ਬਖੂ ਜੀ ਆਓ ਬੈਠੋ ਚਾਹ ਪੀਂਦੇ ਆ। ਮੰਜਾ ਪਿਆ ਸੀ ਉਹਦੇ ਉੱਪਰ ਅਸੀਂ ਬੈਠ ਗਏ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੋਰਚੇ ਤੇ ਗਏ ਸੀ? ਕਹਿੰਦੇ ਹਾਂਜੀ ਗਏ ਸੀ। ਮੈਂ ਕਿਹਾ ਜੀ ਮੋਰਚੇ ਤੇ ਗਏ ਸੀ ਉਦੋਂ ਝੰਡੀਆਂ ਕਿਹੜੀਆਂ ਸੀ? ਕਹਿੰਦੇ ਕਿਸਾਨੀ ਸੀ। ਮੈਂ ਕਿਹਾ ਹੁਣ ਕਿਹੜੀਆਂ ਨੇ? ਕਹਿੰਦੇ ਹੁਣ ਫਿਰ ਪੂਰੀ ਗੱਲ ਆ ਸੁਣ। ਮੈਂ ਕਿਹਾ ਜੀ ਦੱਸੋ। ਕਹਿੰਦਾ ਬਾਈ ਜੀ ਤੁਹਾਡੇ ਕੋਲ ਤੇ ਹੋਵੇਗਾ ਜ਼ਮੀਨ ਦਾ ਕਿੱਲਾ, ਮੇਰੇ ਕੋਲ ਲੱਕੜ ਦਾ ਕਿੱਲਾ ਵੀ ਨਹੀਂ। ਕਹਿੰਦਾ ਜਿਹੜੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਤੇ ਬਾ ਕੇ ਸਾਨੂੰ ਮੋਰਚੇ 'ਚ ਲੈ ਕੇ ਗਏ ਸੀ ਨਾ, ਉਹਨਾਂ ਨੇ ਕੀ ਹੁਣ ਸਾਡੇ ਮਕਾਨਾਂ ਦੇ ਉੱਪਰ, ਸਾਡੇ ਘਰਾਂ ਦੇ ਉੱਪਰ ਝੰਡੀਆਂ ਲਾਤੀਆਂ, ਜਦ ਕਿ ਨਹੀਂ ਸੀ ਚਾਹੀਦਾ। ਲੋਕ ਝੰਡੀਆਂ ਲੱਗੀਆਂ ਹੋਈਆਂ ਨੇ, ਪਰ ਜ਼ਰੂਰੀ ਨਹੀਂ ਵੀ ਜੇ ਝੰਡੀ ਕਾਂਗਰਸ ਦੀ ਹੈ ਤੇ ਵੋਟ ਕਾਂਗਰਸ ਨੂੰ ਜਾਵੇਗੀ। ਕੋਈ ਪਤਾ ਨਹੀਂ ਵੋਟ ਕਿਤੇ ਨੋਟਾਂ ਵਾਲੇ ਨੇ ਦੱਬ ਦੇਣਾ। ਤੇ ਇਸ ਕਰਕੇ ਲੋਕ ਐਤਕੀ ਗੋਲ-ਮੋਲ ਦੇ ਹੈ, ਸਥਿਤੀ ਦਾ ਸਾਫ਼ ਪਤਾ ਲੱਗਦਾ ਨਹੀਂ ਪਿਆ। ਪਰ ਮੈਨੂੰ ਲੱਗਦਾ ਵੀ 10 ਤਰੀਕ ਨੂੰ ਸਾਫ਼ ਹੋ ਹੀ ਜਾਵੇਗਾ। ਬਾਕੀ ਜਿੱਤਾਂ ਹਾਰਾਂ ਬਾਈ ਜੀ ਹੁੰਦੀਆਂ ਰਹਿੰਦੀਆਂ ਨੇ, ਮਖੂ ਨਾਲ ਵੀ ਬਥੇਰੇ ਪੰਗੇ ਪਏ ਆ, ਤੁਹਾਡੇ ਨਾਲ ਵੀ ਬਹੁਤ ਪੈਂਦੇ ਰਹਿੰਦੇ ਆ, ਤੁਹਾਡੇ ਤੇ ਬੜੀਆਂ ਦੂਸ਼ਣਬਾਜ਼ੀਆਂ ਨੇ। ਹੁਣ ਦੋ ਹੀ ਚੀਜ਼ਾਂ, ਜਾਂ ਤੇ ਹਾਰ ਕੇ ਬਹਿ ਜਾਓ ਤੇ ਜਾਂ ਫਿਰ ਲੜੋ। ਸੰਘਰਸ਼ ਕਾਹਦਾ ਲਈ ਹੁੰਦਾ? ਸੰਘਰਸ਼ੀ ਜਿਹੜਾ ਹੁੰਦਾ ਨਾ, ਉਹ ਕਦੀ ਹਾਰਦਾ ਨਹੀਂ ਹੁੰਦਾ। ਸੰਘਰਸ਼ੀ ਕਦੀ ਥੱਕਦਾ ਨਹੀਂ ਹੁੰਦਾ। ਸੰਘਰਸ਼ੀ ਜਿਹੜਾ ਹੁੰਦਾ ਉਹ ਚੱਲਦਾ ਰਹਿੰਦਾ। ਹੁਣ ਇੱਥੋਂ ਤੱਕ ਵੀ ਗੱਲ ਆਈ, ਕਈਆਂ ਨੇ ਕਿਹਾ ਮਖੂ ਦੀ ਜ਼ਮਾਨਤ ਜ਼ਬਤ ਹੋਊ, ਤੇ ਮੇਰਾ ਕੀ ਚਲਾ ਜਾਊ ਜੇ ਜ਼ਮਾਨਤ ਜ਼ਬਤ ਹੋ ਗਈ? ਮੈਂ ਤਾਂ ਕਹੂੰਗਾ ਸਿਸਟਮ ਦੇ ਖਿਲਾਫ ਲੜਿਆ ਸਾਂ ਮੈਦਾਨ ਦੇ ਵਿੱਚ, ਮੈਂ ਤੇ ਆਇਆ ਸਾਂ। ਇੱਕ ਪ੍ਰਚਾਰਕ ਜਿਹਨੇ 20 ਸਾਲ ਲੋਕਾਂ ਨੂੰ ਕਥਾ ਸੁਣਾਈ, ਇੱਕ ਉਹ ਬੰਦਾ ਜਿਹਨੇ 8 ਸਾਲ ਲੋਕਾਂ ਦੇ ਮੁੱਦੇ ਚੁੱਕੇ ਤੇ ਕਿਸਾਨੀ ਮੋਰਚੇ ਵੱਲੋਂ ਜੇ ਮੈਦਾਨ ਦੇ ਵਿੱਚ ਆ ਗਿਆ ਤੇ ਜੇ ਉਹਦੀ ਜ਼ਮਾਨਤ ਜ਼ਬਤ ਹੋ ਜਾਂਦੀ, ਹਾਰ ਜਾਂਦਾ ਹੈ। ਬਾਈ ਜੀ ਹਰਪ੍ਰੀਤ ਸਿੰਘ ਮਖੂ ਨਹੀਂ ਹਾਰਦਾ, ਕਿਸਾਨ ਹਾਰਦਾ ਹੈ, ਮਜ਼ਦੂਰ ਹਾਰਦਾ ਹੈ, ਮੋਰਚਾ ਹਾਰਦਾ ਹੈ, ਲੋਕ ਹਾਰਦੇ ਨੇ, ਮਖੂ ਨਹੀਂ ਹਾਰਦਾ। ਫਿਰ ਕੀ ਹੋ ਗਿਆ? ਹਾਰ ਜਾਣਾ ਤੇ ਹਾਰ ਮੰਨ ਲੈਣਾ, ਦੋ ਚੀਜ਼ਾਂ ਵਿੱਚ ਬੜਾ ਅੰਤਰ ਹੈ। ਹਾਰ ਜਾਵਾਂਗਾ, ਹਾਰ ਨਹੀਂ ਮੰਨਾਂਗਾ, ਪਰ ਲੋਕਾਂ ਦਾ ਰਿਸਪੌਂਸ ਵੇਖ ਕੇ ਮੈਨੂੰ ਲੱਗਦਾ ਪਿਆ ਇਹ ਤੇ ਕਹਿੰਦੇ ਮਖੂ ਗਿਣਤੀ ਵਿੱਚ ਨਹੀਂ, ਇਹਨਾਂ ਨੂੰ ਮੈਂ ਨਹੀਂ ਕਿਸੇ ਗਿਣਤੀ ਦੇ ਵਿੱਚ ਗਿਣਦਾ ਪਿਆ। ਇਹ ਕਹਿੰਦੇ ਮਖੂ ਨਹੀਂ ਦਿਸਦਾ, ਹੋ ਸਕਦਾ ਮੇਰੀ ਅੱਖ ਇਹਨਾਂ ਨੂੰ ਨਾ ਵਹਿੰਦੀ ਹੋਵੇ, ਐਸਾ ਹੈ। ਸੋ ਇਸ ਕਰਕੇ ਐਤਕੀ ਗੁਪਤ ਕੁਝ ਹੋਏਗਾ, ਮੈਨੂੰ ਲੱਗ ਰਿਹਾ ਕੋਈ ਚੰਗਾ ਸੰਕੇਤ ਲੱਗ ਰਹੇ ਨੇ। ਧੰਨਵਾਦ ਬਾਈ, ਬਹੁਤ ਬਹੁਤ ਮਿਹਰਬਾਨੀਆਂ, ਤੁਸੀਂ ਆਏ ਹੋ ਔਰ ਤੁਸੀਂ ਇੰਜ ਕਹਿ ਲਓ ਵੀ ਸਾਡਾ ਸਮਰਥਨ ਕੀਤਾ ਹੈ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਭਰਾ ਦਾ ਧੰਨਵਾਦੀ। ਬਹੁਤ ਧੰਨਵਾਦ, ਬਹੁਤ ਧੰਨਵਾਦ। ਤਾਂ ਇਹ ਸਨ ਹਰਪ੍ਰੀਤ ਮਖੂ, ਜਿਹੜੇ ਪ੍ਰਚਾਰਕ ਰਹੇ ਨੇ ਔਰ ਕਿਸਾਨ ਮੋਰਚੇ ਨੂੰ ਕਵਰ ਕਰਦੇ ਰਹੇ ਨੇ। ਉਹਨਾਂ ਦਾ ਕਹਿਣਾ ਕਿ ਇੱਥੇ ਉਹ ਮੁੱਦੇ ਚੱਕ ਰਹੇ ਨੇ, ਉਹਨਾਂ ਲਈ ਜਿੱਤ ਹਾਰ ਇੰਪੋਰਟੈਂਟ ਨਹੀਂ ਹੈ, ਲੋਕਾਂ ਦੇ ਮੁੱਦੇ ਇੰਪੋਰਟੈਂਟ ਨੇ। ਉਹਨਾਂ ਦਾ ਕਹਿਣਾ ਲੋਕਾਂ ਦਾ ਸਮਰਥਨ ਮਿਲਿਆ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਨਿਰਾਸ਼ ਵੀ ਕਰਦੀ ਹੈ।